रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 10 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191। ਪ੍ਰੋਗਰਾਮ 'ਚ ਸਵਾਗਤ ਕਰਦੇ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਪੰਜਾਬੀ ਆਵਾਜ਼ ਰੇਡੀਓ ਇੰਡੀਆ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪੰਜਾਬ ਤੋਂ। ਸਿੱਧੂ ਮੂਸੇਵਾਲਾ ਮਰਡਰ ਕੇਸ ਆ ਜਿਹੜਾ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ, ਜਿਹੜੇ ਕਿ ਪਹਿਲਾਂ ਵਾਲੇ 2 ਕੇਸ ਹੈਗੇ ਆ ਜੀ। ਇਹਦੇ ਬਾਰੇ ਚ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਪਹਿਲਾਂ ਤੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਰੈੱਡ ਕਾਰਨਰ ਨੋਟਿਸ ਹੈ ਕੀ ਜੀ, ਤੇ ਇੰਟਰਪੋਲ ਕਿਹੜੀ ਏਜੰਸੀ ਆ, ਤੇ ਦੂਸਰੀ ਇਸ਼ੂ ਹੈਗੀ ਆ ਕਿ ਕੀ ਭਗਵੰਤ ਮਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੋਕਾਂ ਨੇ ਜਾਣਾ ਸ਼ੁਰੂ ਕਰ ਦੇਣਾ ਇੱਥੋਂ? ਕੀ ਉਹਨਾਂ ਦੇ ਕੋਲ ਅਧਿਕਾਰ ਖੇਤਰ ਹੈ ਜਾਂ ਵੈਸੇ ਹੀ ਬਿਆਨਬਾਜ਼ੀ ਕਰਨੀ ਹੁੰਦੀ ਹੈ? ਜਿਹੜੀ ਇੰਟਰਪੋਲ ਜਿਹਨੂੰ ਅਸੀਂ ਕਹਿੰਦੇ ਇੰਟਰਨੈਸ਼ਨਲ ਪੁਲਿਸ, ਉਹ ਲੱਗਦਾ ਤਾਂ ਇੱਦਾਂ ਵੀ ਜਿੱਦਾਂ ਕਿ ਬਟਾਲੀਅਨ ਖੜੀ ਹੁੰਦੀ ਆ ਇੱਕ ਟੈਂਕ ਲੈ ਕੇ। ਇਹ ਕੁਛ ਨਹੀਂ ਹੈ, ਇਹ ਇੱਕ ਸੰਧੀ ਆ ਸਾਰੇ ਦੇਸ਼ਾਂ ਦੀ। 195 ਮੁਲਕਾਂ ਨੇ ਸੰਧੀ ਕੀਤੀ ਆ ਕਿ ਸਾਡੀਆਂ ਪੁਲਿਸ ਫੋਰਸਿਸ ਰਲ ਕੇ ਕੰਮ ਕਰਨਗੀਆਂ। ਜੇ ਇੱਕ ਮੁਲਜ਼ਮ ਕੋਈ ਕ੍ਰਾਈਮ ਕਰਕੇ ਆਪਣਾ ਮੁਲਕ ਛੱਡ ਕੇ ਨੱਠ ਜਾਂਦਾ ਜਾਂ ਕਿਸੇ ਹੋਰ ਮੁਲਕ ਕਰ ਜਾਂਦਾ, ਤੇ ਉਹ ਸੰਧੀ ਇਹ ਕਹਿੰਦੀ ਹੈ ਕਿ ਦੂਸਰੇ ਮੁਲਕ ਦੀ ਜਿਹੜੀ ਪੁਲਿਸ ਫੋਰਸ ਆ ਉਹਨੂੰ ਫੜ ਕੇ ਵਾਪਸ ਦੇਣ ਲਈ ਮਦਦ ਕਰੇ। ਉਹ ਕਿੱਦਾਂ ਵਾਪਸ ਭੇਜਣਾ ਹੈ ਉਹਦਾ ਆਪਣਾ ਐਕਸਟ੍ਰਾਡੀਸ਼ਨ ਟ੍ਰੀਟੀ ਹੁੰਦੀ ਹੈ ਉਹਨਾਂ ਦੀ। ਪਰ ਸਭ ਤੋਂ ਪਹਿਲਾਂ ਤੇ ਇੰਟਰਪੋਲ ਲਈ ਸਿਰਫ ਉੱਥੇ ਕੁਛ ਕੁ ਬੰਦੇ ਬੈਠੇ ਆ, ਜਿੱਦਾਂ ਫਰਾਂਸ ਦੇ ਵਿੱਚ ਆਫਿਸ ਹੈ ਇਹਨਾਂ ਦਾ, ਕਿ ਉਹ ਕਰਦੇ ਆ ਕਮਿਊਨੀਕੇਸ਼ਨ ਹੀ ਦੇਖਦੇ ਲੋਕਾਂ ਦੀ। ਈਮੇਲਸ ਆਉਂਦੀਆਂ ਵੱਖ-ਵੱਖ 69,000 ਤਕਰੀਬਨ ਉਹਨਾਂ ਦੇ ਕੋਲ ਰਿਕੁਐਸਟ ਹੈ ਇਸ ਵੇਲੇ। ਜੇ ਤੁਸੀਂ ਦੇਖਦੇ ਗੋਲਡੀ ਬਰਾੜ ਦੀ ਵੀ ਹੋਣੀ ਇੱਕ ਜੀ, ਤੇ ਉਹ ਸਾਰੀਆਂ ਭੇਜ ਦਿੰਦੇ ਆ। ਇੰਟਰਪੋਲ ਵਾਲੇ ਕੀ ਕਰਦੇ ਆ, ਉਹਨਾਂ ਦੇ ਕੋਲ ਆਪਣੀ ਪੁਲਿਸ ਫੋਰਸ ਕੋਈ ਨਹੀਂ ਹੈ, ਇਹ ਸਾਰੀਆਂ 195 ਦੇਸ਼ਾਂ ਦੀ ਪੁਲਿਸ ਫੋਰਸ ਦੀ ਕੋਆਰਡੀਨੇਸ਼ਨ ਕਰਦੇ ਆ। ਉਹਨਾਂ ਨੇ ਉਹ ਨੋਟਿਸ ਫੜ ਕੇ ਉਹਦੇ ਵਿੱਚ 2 ਗੱਲਾਂ ਲਿਖੀਆਂ ਜਾਂਦੀਆਂ, ਜਿਹੜਾ ਰੈੱਡ ਕਾਰਨਰ ਨੋਟਿਸ ਹੁੰਦਾ। ਨੰਬਰ 1 ਤੇ ਬੰਦਾ ਕਿਹੜਾ ਲੱਭਦੇ ਫਿਰਦੇ ਤੁਸੀਂ, ਉਹਦਾ ਨਾਂ ਦੱਸੋ, ਉਹਦੇ ਕੋਈ ਹੋਰ ਵੇਰਵਾ ਦੱਸੋ। 5 ਫੁੱਟ 8 ਇੰਚ ਆ, 170 ਪਾਉਂਡ ਆ, ਭੂਰੀਆਂ ਉਹਦੀਆਂ ਅੱਖਾਂ ਆ, ਵਾਲ ਕੱਟੇ ਹੋਏ ਆ, ਇਸ ਤਰ੍ਹਾਂ ਦੀ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਦੂਸਰੇ ਨੰਬਰ ਤੇ ਵੀ ਇਹਨੇ ਕ੍ਰਾਈਮ ਕੀ ਕਮਿਟ ਕੀਤਾ ਹੈ, ਕਿਸੇ ਬੰਦੇ ਨੂੰ ਮਾਰ ਕੇ ਨੱਠਾ ਆ, ਕੋਈ ਕੀ ਕੰਮ ਕੀਤਾ ਇਹਨੇ, ਅਸਾਸੀਨੇਸ਼ਨ ਕੀਤੀ ਆ, ਆਪਣੇ ਭਰਾ ਨੂੰ ਨਾਲ ਲੜ ਕੇ ਗਿਆ ਆ, ਇਹ ਕੋਈ ਕ੍ਰਾਈਮ ਨਹੀਂ। ਘਰ ਦੀ ਡਿਸਪਿਊਟ 'ਚ ਕੋਈ ਹੋਏ, ਕੋਈ ਕ੍ਰਾਈਮ ਨਹੀਂ ਵੈਸੇ ਜੀ। ਤੇ ਉਹ ਫਿਰ ਕੀ ਕਰਦੇ ਇੰਟਰਪੋਲ ਵਾਲੇ, ਉੱਥੋਂ ਫਰਾਂਸ ਦੇ ਦਫ਼ਤਰ ਦੇ ਵਿੱਚੋਂ ਉਹ ਕੈਨੇਡਾ ਦੀ ਪੁਲਿਸ ਨੂੰ ਭੇਜਣਗੇ। ਇਟਸ ਅਪ ਟੂ ਦੀ ਕੈਨੇਡੀਅਨ ਪੁਲਿਸ ਜੇ ਇਹਨਾਂ ਨੇ ਐਕਸ਼ਨ ਲੈਣਾ ਜਾਂ ਨਹੀਂ ਲੈਣਾ, ਇਹ ਮਰਜ਼ੀ ਹੈ ਇਹਨਾਂ ਦੀ। ਇਹ ਸੰਧੀ ਜਿਹੜੀ ਹੈ ਇੱਦਾਂ ਇੰਪੋਜ਼ ਨਹੀਂ ਕਰਦੀ ਵੀ ਤੁਸੀਂ ਫੜਨਾ ਹੈ ਉਹਨੂੰ, ਇੱਦਾਂ ਦੀ ਕੋਈ ਗੱਲ ਨਹੀਂ। ਉਹ ਕਿਉਂਕਿ ਸਾਡੀ ਐਕਸਟ੍ਰਾਡੀਸ਼ਨ ਟ੍ਰੀਟੀ ਹੈ ਇੰਡੀਆ ਦੇ ਨਾਲ, ਤੇ ਤਕਰੀਬਨ ਫਿਰ ਸਟੇਟ ਵਾਲੇ ਕਹਿੰਦੇ ਆ ਇਹਨਾਂ ਨੂੰ, ਫੋਰਨ ਅਫੇਅਰਸ ਮਿਨਿਸਟਰੀ ਵਾਲੇ, ਕਿ ਤੁਸੀਂ ਭਾਈ ਜਾ ਕੇ ਐਕਸ਼ਨ ਲਓ, ਕਿਉਂਕਿ ਸਾਨੂੰ ਰਿਕੁਐਸਟ ਆਈ ਹੈ ਐਕਸਟ੍ਰਾਡਾਈਟ ਕਰੋ ਇਸ ਬੰਦੇ ਨੂੰ। ਤੇ ਇੰਟਰਪੋਲ ਨੇ ਉਹ ਰੈੱਡ ਕਾਰਨਰ ਜਿਹੜਾ ਨੋਟਿਸ ਭੇਜ ਦੇਣਾ, ਫਿਰ ਉਸ ਬੰਦੇ ਨੂੰ ਫੜਦੇ ਆ। ਹੁਣ ਆ ਗਈ ਭਗਵੰਤ ਮਾਨ ਦੀ ਜਿਹੜੀ ਐਲਾਨਨਾਮਾ ਕਰਨ ਲੱਗਾ, ਉਹਨਾਂ ਨੇ ਮੈਂ ਜੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰ ਲਈ, ਉਹਨਾਂ ਨੇ ਬੰਦੇ ਭੇਜ ਦੇਣੇ ਇੱਥੋਂ। ਹਾਂਜੀ, ਇਹ ਇੰਨੀ ਸੌਖੀ ਗੱਲ ਨਹੀਂ ਹੁੰਦੀ। ਇੱਥੋਂ ਬੰਦਾ ਫੜਨਾ ਆ, ਜਿਹੜਾ ਵੀ ਐਵੀਡੈਂਸ ਉਹਨਾਂ ਦੇ ਕੋਲ ਹੈਗਾ ਵੀ ਉਸ ਬੰਦੇ ਨੇ ਕੀ ਕ੍ਰਾਈਮ ਕੀਤਾ ਹੈ, ਉਹਦਾ ਸਬੂਤ ਉੱਥੋਂ ਭੇਜਣਾ ਪੈਂਦਾ ਪੁਲਿਸ ਨੂੰ, ਇੱਥੇ ਸਾਡੀ ਪੁਲਿਸ ਦੇ ਕੋਲ ਜੀ। ਉਸ ਬੰਦੇ ਨੇ ਫਿਰ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਖਿਲਾਫ ਆਬਵੀਅਸਲੀ ਕੋਰਟ ਦੇ ਵਿੱਚ ਜਾਣਾ ਕਿ ਮੈਂ ਨਹੀਂ ਜਾਣਾ ਇੱਥੋਂ, ਕੋਈ ਆਪਣੇ ਆਪ ਤਾਂ ਤੁਰ ਨਹੀਂ ਪੈਂਦਾ ਟੈਚੀ ਲੈ ਕੇ। ਤੇ ਉਹ ਕੋਰਟ ਦੇ ਵਿੱਚ ਸਾਡੇ ਜੱਜ ਕੀ ਦੇਖਦੇ ਕਿ ਕੀ ਇਹਨੇ ਕ੍ਰਾਈਮ ਜਿਹੜਾ ਕੀਤਾ ਹੈ, ਉੱਦਾਂ ਹੀ ਕਹੀ ਜਾਂਦੇ ਕਿ ਇਹਨਾਂ ਦੇ ਕੋਈ ਸਬੂਤ ਆ ਕੋਈ।
ਜੇ ਤਾਂ ਸਬੂਤ ਹੈਗੇ ਆ ਫਿਰ ਉਹ ਖੈਰ ਕਹਿ ਦੇਣਗੇ ਕਿ ਐਕਸਟਰਾਡਾਈਟ ਕਰ ਦਿਓ, ਇਹਨੂੰ ਭੇਜ ਦਿਓ ਇੱਥੋਂ। ਫਿਰ ਉਹਦੇ ਕੋਲ ਅਪੀਲ ਪ੍ਰੋਸੈਸ ਹੈ। ਤਕਰੀਬਨ ਕੈਨੇਡਾ ਦੇ ਵਿੱਚ ਕੋਈ 20 ਸਾਲ ਲੱਗ ਜਾਂਦੇ ਆ ਇੱਕ ਅਪੀਲ ਪ੍ਰੋਸੈਸ ਨੂੰ ਖਤਮ ਕਰਨ ਲਈ। ਲੌਂਗ ਪ੍ਰੋਸੈਸ ਆ, ਬਹੁਤ ਲੌਂਗ ਪ੍ਰੋਸੈਸ ਹੈ, ਬੜਾ ਟੀਡੀਅਸ ਪ੍ਰੋਸੈਸ ਹੈ। ਉਹ ਹਰ ਇੱਕ ਲੈਵਲ ਤੇ ਕੋਰਟ ਇਹ ਦੇਖਦੀ ਆ ਕਿ ਇਹਨਾਂ ਦੇ ਕੋਲ ਜਿਹੜਾ ਐਵੀਡੈਂਸ ਆ ਉਹ ਨਫ ਹੈਗਾ। ਅੱਛਾ, ਫਿਰ ਅਖੀਰ ਦੇ ਵਿੱਚ ਉਹ ਸੋਚਦੇ ਆ ਕਿ ਜੇ ਕਤਲ ਕੇਸ ਫਾਰ ਐਗਜ਼ਾਮਪਲ ਇਹ ਸੀਰੀਅਸ ਕੇਸਾਂ ਦੇ ਬਾਰੇ ਹੁੰਦਾ ਕਿ ਇਹਨੂੰ ਕਤਲ ਕੇਸ ਦੇ ਵਿੱਚ ਉੱਥੇ ਭੇਜਿਆ ਜਾਣਾ। ਹੁਣ ਇੰਡੀਆ ਦੇ ਵਿੱਚ ਫਾਂਸੀ ਦੀ ਸਜ਼ਾ ਹੈ। ਹਾਂਜੀ, ਸਾਡੇ ਫਾਂਸੀ ਦੀ ਸਜ਼ਾ ਹੈ ਨਹੀਂ ਕੈਨੇਡਾ ਦੇ ਵਿੱਚ ਜੀ। ਇਹ ਪੁੱਛਣਗੇ ਉਹਨਾਂ ਦੀ ਅਥਾਰਟੀ ਨੂੰ ਕਿ ਇਸ ਬੰਦੇ ਨੂੰ ਤੁਸੀਂ ਫਾਂਸੀ ਤਾਂ ਨਹੀਂ ਲਾਉਣੀ। ਇਹ ਰਿਟਨ ਗਰੰਟੀ ਦੇਣੀ ਪੈਂਦੀ ਉਹਨਾਂ ਨੂੰ ਕਿ ਅਸੀਂ ਕਦੇ ਵੀ ਇਹਨੂੰ ਫਾਂਸੀ ਦੀ ਸਜ਼ਾ ਨਹੀਂ ਦੇਵਾਂਗੇ, ਤਾਂ ਕਿ ਹਾਂ ਸਜ਼ਾਏ ਮੌਤ ਜਿਹੜੀ ਉਮਰ ਕੈਦ ਕਰਦੇ ਆ ਠੀਕ ਹੈ, ਤੁਸੀਂ ਕਰ ਸਕਦੇ ਜੇਲ੍ਹ ਦੇ ਵਿੱਚ, ਪਰ ਉਹਨੂੰ ਮਾਰਿਆ ਨਾ ਤੁਸੀਂ ਫਾਂਸੀ ਤੇ ਨਹੀਂ ਦੇ ਸਕਦੇ। ਸੋ ਇਹ ਤੁਸੀਂ ਇਹ ਕਹ ਲਓ ਕਿ ਜਿਹੜੇ ਬੰਦੇ ਦਾ ਕਤਲ ਸਿੱਧੂ ਮੂਸੇਵਾਲੇ ਦਾ ਹੋ ਹੀ ਚੁੱਕਾ ਕਤਲ, ਜੇ ਕਿਸੇ ਤੁਸੀਂ ਮੁਲਜ਼ਮ ਨੂੰ ਫੜਨਾ ਹੈ ਕਿ ਇਸ ਬੰਦੇ ਨੇ ਇਸ ਬੰਦੇ ਦੀ ਅਸਾਸੀਨੇਸ਼ਨ ਪਲਾਨ ਕੀਤੀ ਸੀ, ਆਹ ਕੀਤੀ ਸੀ, ਉਹ ਬੰਦੇ ਕਈ ਵਾਰੀ ਮਰ ਜਾਂਦੇ ਆ ਜਦੋਂ ਤਾਂ 20-25 ਸਾਲਾਂ ਤੋਂ ਜਦੋਂ ਐਕਸਟਰਾਡਾਈਟ ਕਰਨਾ ਉਸ ਬੰਦੇ ਨੂੰ, ਤੇ 2 ਪੀੜ੍ਹੀਆਂ ਤੁਸੀਂ ਕਹ ਲਓ ਕਿ ਨਿਕਲ ਜਾਂਦੀਆਂ। ਹਾਂਜੀ, ਇਹ ਐਡਾ ਸੌਖਾ ਨਹੀਂ ਆ ਜਿੱਡਾ ਸੌਖਾ ਸਾਡੇ ਮੀਡੀਆ ਕਹਿ ਰਿਹਾ ਵੀ ਰੈੱਡ ਕਾਰਨਰ। ਉਹ ਇਦਾਂ ਕਰਦੇ ਰੈੱਡ ਕਾਰਨਰ ਨੋਟਿਸ ਦੇਤਾ ਜਿੱਦਾਂ ਕਿਤੇ ਚਿਕਨ ਆਰਡਰ ਕੀਤਾ ਹੁੰਦਾ ਜੀ। ਉੱਥੇ ਖਾਸ ਕਰਕੇ ਪੰਜਾਬ ਦੇ ਮੀਡੀਆ ਦੇ ਵਿੱਚ ਨਾ ਕੁਝ ਮੀਡੀਆ ਆਊਟਲੈਟਸ ਹੈਗੇ ਉਹ ਇਸ ਚੀਜ਼ ਨੂੰ ਇਸੇ ਤਰੀਕੇ ਨਾਲ ਹਾਈਲਾਈਟ ਕਰ ਰਿਹਾ ਕਿ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ, ਰੈੱਡ ਕਾਰਨਰ ਦੀ ਚੈਟ ਭੇਜਤੀ ਹੈ ਤਾਂ ਗੋਲਡੀ ਬਰਾੜ ਨੇ ਇੱਥੇ ਆ ਜਾਣਾ। ਹਾਂਜੀ, ਇਹ ਇੰਨਾ ਸੌਖਾ ਨਹੀਂ ਪ੍ਰੋਸੈਸ। ਤਾਂ ਦੂਸਰੀ ਗੱਲ ਜਿਹੜੀ ਸੀਐਮ ਸਾਹਿਬ ਕਰਦੇ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਆਪਣੇ ਆਈਐਸ ਅਫਸਰਾਂ ਨੂੰ ਵੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਹ ਕਹਿ ਜਾਣਾ ਕਿ ਹੁਣ ਉੱਥੇ ਜਿਹੜੇ ਅਪਰਾਧੀ ਬੈਠੇ ਆ ਉਹਨਾਂ ਨੂੰ ਭੇਜ ਦੇਣਗੇ। ਇੰਨਾ ਸੌਖਾ ਪ੍ਰੋਸੈਸ ਹੈ ਨਹੀਂਗਾ ਇਹ ਬੜਾ ਲੰਬਾ ਤੇ ਟੀਡੀਅਸ ਪ੍ਰੋਸੈਸ ਆ ਜਿਹੜਾ ਕਿ ਐਕਸਟ੍ਰੈਡੀਸ਼ਨ ਇੱਥੋਂ ਸਾਡੇ ਤੁਹਾਨੂੰ ਯਾਦ ਹੋਣਾ ਕਿ ਇੱਕ ਲੜਕੀ ਮਰਾਈ ਸੀ ਜੱਸੀ। ਹਾਂਜੀ, ਉਹਦੇ ਪੇਰੈਂਟਸ ਨੇ ਉਹਦੇ ਮਾਮੇ ਨੇ ਵੀ ਮੇਰਾ ਖਿਆਲ ਫੁੱਫੜ ਸੀ ਜਾਂ ਮਾਮਾ ਸੀ। ਹਾਂਜੀ, ਉਹਨੇ ਸ਼ਾਇਦ ਇੱਕ ਰਿਕਸ਼ੇ ਵਾਲੇ ਨਾਲ ਵਿਆਹ ਕਰਾ ਲਿਆ ਸੀ। ਹਾਂਜੀ, ਉਸ ਲੜਕੀ ਦਾ ਕਤਲ ਕਰਾਇਆ ਤਾਂ ਉਹਦੇ ਤੇ ਐਵੀਡੈਂਸ ਉਹਨਾਂ ਦੇ ਕੋਲ ਸੀਗਾ ਜੀ। ਪੰਜਾਬ ਪੁਲਿਸ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਉਹ ਸਾਰਾ ਐਵੀਡੈਂਸ ਸਾਰੇ ਸਬੂਤ ਇੱਥੇ ਭੇਜੇ। ਉਸ ਮਾਮਲੇ ਨੂੰ ਕੋਈ 25 ਸਾਲ ਲੱਗੇ ਹਾਂਜੀ ਭੇਜਣ ਨੂੰ ਉਹਨਾਂ ਨੂੰ, ਤੇ 25 ਸਾਲਾਂ ਦੇ ਵਿੱਚ ਅੱਬਲ ਤੇ ਉਹ ਜਿਹੜਾ ਬੰਦਾ ਤੁਸੀਂ ਭੇਜ ਰਹੇ ਆ ਉਹੀ ਸ਼ਾਇਦ ਮਰ ਜਾਵੇ, ਜਾਂ ਜਿਹੜੇ ਮਾਮਲੇ ਨੂੰ ਭੇਜ ਰਹੇ ਆ ਉਹਨਾਂ ਨੇ ਦੇਖਣਾ ਕਿ 25 ਸਾਲ ਹੋ ਗਏ। ਵੈਸੇ ਤਾਂ ਕੋਈ ਗੱਲ ਨਹੀਂ, ਹੁਣ ਸਿੱਧੂ ਨੂੰ ਕਿੰਨੇ ਹੋ ਗਏ 34 ਸਾਲ ਹੋਏ ਆ, 34 ਸਾਲਾਂ ਬਾਅਦ ਜੇਲ੍ਹ 'ਚ ਗਿਆ। ਹਿੰਦੁਸਤਾਨ 'ਚ ਵੀ ਕਈ ਵਾਰੀ ਇੰਨਾ ਚਿਰ ਲੱਗਦਾ, ਸਾਡੇ ਵੀ ਉਹਨਾਂ ਚਿਰ ਲੱਗਦਾ। ਐਕਸਟ੍ਰੈਡੀਸ਼ਨ ਕੋਈ ਖਾਲਾ ਜੀ ਦਾ ਬਾੜਾ ਨਹੀਂ। ਸੋ ਇਹ ਜਿਹੜਾ ਪ੍ਰੋਸੈਸ ਚੱਲਦਾ ਆ ਉਹਨੂੰ ਸਮਝਣ ਦੀ ਲੋੜ ਆ। ਇੰਟਰਪੋਲ ਕੋਈ ਵੀ ਏਜੰਸੀ ਹੋਰ ਨਹੀਂ ਆ, ਸਿਰਫ ਤੇ ਸਿਰਫ ਇੱਕ ਸੰਧੀ ਆ ਜੀ ਜਿਨ੍ਹਾਂ ਦੇ ਕੋਲ ਐਕਚੁਅਲੀ ਆਫਿਸ ਹੈਗਾ। ਉੱਥੇ ਫਰਾਂਸ ਦੇ ਵਿੱਚ ਆਫਿਸ ਹੈ, ਉੱਥੇ ਉਹ ਬੈਠੇ ਆ। ਇਸ ਵੇਲੇ ਇੰਟਰਪੋਲ ਦਾ ਚੀਫ ਜਿਹੜਾ ਆ ਸਾਊਥ ਅਫਰੀਕਾ ਦਾ ਪੁਲਿਸ ਕਮਿਸ਼ਨਰ ਆ ਜੀ। ਤਾਂ ਉਹਦੇ ਕੋਲ ਕੁਝ ਬੰਦੇ ਹੋਣੇ ਆ ਜਿਹੜੇ ਰਿਸੀਵ ਕਰੀ ਜਾਂਦੇ ਹਰ ਇੱਕ ਦੇਸ਼ ਦੀ ਰਿਕੁਐਸਟ, ਤੇ ਉਹਨਾਂ ਦੇ ਕੋਲ ਰਿਕੁਐਸਟ ਜਿਹੜੀਆਂ ਲੇਟੈਸਟ ਜਿਹੜੀ ਚੈੱਕ ਮੈਂ ਕਰਦਾ ਸੀ ਉਹਦੇ ਵਿੱਚ 69,200 ਕੁਝ ਸੀਗੀਆਂ। ਉਹ ਲਿਸਟ ਦੇ ਦਿੰਦੇ, ਉਹ ਅਪਡੇਟ ਕਰਦੇ ਰਹਿੰਦੇ ਵੈਸੇ। ਹਾਂਜੀ, ਤੇ ਜੇ ਤੁਸੀਂ ਦੇਖਣੀ ਆ ਤਾਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਲਓ। 69,225 ਸੀਗੀਆਂ ਉਹਨਾਂ ਦੇ ਕੋਲ ਆਈਆਂ ਆ। ਤੇ ਉਹਨਾਂ ਦੇ ਵਿੱਚੋਂ ਉਹ ਦੇਖਦੇ ਵੀ ਹਰ ਸਾਲ ਕਿੰਨੀਆਂ ਆਉਂਦੀਆਂ, ਹੋਰ ਕਿੰਨੀਆਂ ਐਕਟਿਵ ਹੈ, ਕਿੰਨੇ ਬੰਦੇ ਭੇਜ ਦਿੱਤੇ ਜੀ। ਤੇ ਇਹ ਤਾਂ ਆਪਣੇ ਆਪਣੇ ਦੇਸ਼ ਦੀ ਪੁਲਿਸ ਦੀ ਗੱਲ ਹੈ। ਹਾਂਜੀ, ਉਹਨਾਂ ਨੇ ਕਿੰਨਾ ਐਕਟਿਵਲੀ ਕੰਮ ਕਰਨਾ। ਤੇ ਸਿਰਸਾ ਸਾਹਿਬ ਦੀ ਇਹ ਵੀ ਗੱਲ ਠੀਕ ਨਹੀਂ ਹੈ ਕਿ ਕੋਈ ਬੰਦਾ ਟਰੈਵਲ ਕਰਦਾ ਹੋਵੇ ਤਾਂ ਹੀ ਫੜ ਸਕਦੇ ਨੇ, ਇਹ ਵੀ ਗੱਲ ਗਲਤ ਹੈ ਜੀ। ਹਾਂ, ਟਰੈਵਲ ਕਰਦੇ ਦਾ ਪਤਾ ਲੱਗ ਜਾਂਦਾ ਨਾ, ਉਹਦੇ ਕੋਲ ਆਈਡੀਜ਼ ਹੁੰਦੀਆਂ ਆ। ਹਾਂਜੀ, ਪੁਲਿਸ ਨੂੰ ਫੜਨਾ ਸੌਖਾ ਹੁੰਦਾ ਜੀ। ਪਰ ਜੇ ਕੋਈ ਬੰਦਾ ਇੱਥੇ ਰਹਿ ਵੀ ਰਿਹਾ, ਜੇ ਉਹ ਪੁਲਿਸ ਫੋਰਸ ਇੱਥੇ ਕੈਨੇਡਾ ਦੀ, US ਦੀ, ਇੰਗਲੈਂਡ ਦੀ, ਉਹ ਕਹਿੰਦੀ ਹੈ ਕਿ ਇੰਡੀਆ ਨੂੰ ਕਿ ਠੀਕ ਹੈ ਤੁਸੀਂ ਐਕਸਟ੍ਰਾਡਿਟ ਕਰਾਉਣਾ ਬੰਦੇ ਨੂੰ, ਅਸੀਂ ਇਹਨੂੰ ਅਰੈਸਟ ਕਰਦੇ ਹਾਂ ਜੀ। ਇਹ ਉਹਨਾਂ ਦੇ ਹਿੱਤ ਦੇ ਵਿੱਚ ਵੀ ਹੁੰਦਾ ਕਿ ਜਿੱਦਾਂ ਕੈਨੇਡਾ ਦੇ ਵਿੱਚ ਸਾਡੇ ਹਿੱਤ ਦੇ ਵਿੱਚ ਇਹ ਆ
कि दूजे देशां दे बंदे कातल इत्थे आके ना बैठे जान। हाँ जी, इत्थे आके बैठे आ, बहुत बंदे बैठे काफी ज्यादा। हाँ जी, जिन्हां ने बंदे उत्थे मारे होए आ, इत्थे बैठे आ जी, उन्हां नूं एक्स्ट्राडाइट नहीं कराया किसी ने, जां नहीं पता सी उन्हां दा। हाँ जी, ये नहीं है कि कैनेडा दे विच ਉਹ ਬੰਦੇ ਬੈਠੇ ਨਹੀਂ, ਵੱਖ-ਵੱਖ ਮੁਲਕਾਂ ਚੋਂ ਇੱਥੇ ਆਏ ਆ। ਅੱਛਾ, ਇਹ ਇੱਕ ਸਵਾਦ ਦੀ ਗੱਲ ਇਹ ਆ ਕਿ ਸਿਟੀਜ਼ਨਸ਼ਿਪ ਐਕਟ ਹੁੰਦਾ ਸੀ ਜਿਹੜਾ ਪਹਿਲਾਂ ਹੁੰਦਾ ਸੀ ਸਾਡਾ, ਜਦੋਂ ਅਸੀਂ ਕੰਮ ਕਰਦੇ ਸੀ, ਉਦੋਂ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਇਹ ਸੀ ਕਿ ਜੇ ਤੁਸੀਂ ਇੱਥੇ ਕ੍ਰਿਮੀਨਲ ਰੈਕੋਰਡ ਆ ਤੁਹਾਡਾ ਕੈਨੇਡਾ ਦੇ ਵਿੱਚ, ਤਾਂ ਫਿਰ ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਸੀ ਦਿੰਦੇ। ਬਾਹਰ ਵਾਲੀ ਕੋਈ ਨਹੀਂ ਚੈੱਕ ਕਰਦੇ ਸੀ, ਸਵਾਲ ਨਹੀਂ ਸੀ ਪੁੱਛਦੇ। ਤੁਸੀਂ ਜਿੱਦਾਂ ਫਾਰ ਐਗਜ਼ਾਮਪਲ ਬਲੇਨ 'ਚ ਬੰਦਾ ਮਾਰ ਕੇ ਆਏ ਆ, ਇੱਥੇ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਤੁਹਾਨੂੰ। ਇਹ ਇਹਨਾਂ ਨੇ ਬਾਅਦ ਦੇ ਵਿੱਚ ਚੇਂਜ ਲਿਆਂਦੀ, ਉਹ ਵੀ ਜੱਜਸ ਨੇ। ਹਰੇਕ ਐਨੂਅਲ ਮੀਟਿੰਗ ਤੇ ਅਸੀਂ ਮੀਟਿੰਗ ਕਰਦੇ ਹੁੰਦੇ ਸੀ, ਮਤਾ ਪਾਸ ਕਰਦੇ ਸੀ ਕਿ ਇਹ ਇੱਕ ਸਵਾਲ ਤਾਂ ਪੁੱਛ ਲਿਆ ਕਰੋ ਕਮ ਸੇ ਕਮ ਕਿ ਤੂੰ ਬੰਦਾ ਮਾਰ ਕੇ ਤਾਂ ਨਹੀਂ ਆਇਆ। ਹਾਂਜੀ, ਤੇਰਾ ਕ੍ਰਿਮੀਨਲ ਰੈਕੋਰਡ ਆ, ਉੱਥੇ ਦਾ ਸਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਜੀ, ਵੀ ਤੇਰੇ ਤੇ ਕੋਈ ਕ੍ਰਿਮੀਨਲ ਰੈਕੋਰਡ ਹੈ ਨਹੀਂ। ਹਾਂਜੀ, ਤੇ ਹੁਣ ਹੈਗਾ ਐਕਚੁਅਲੀ, ਹੁਣ ਤੁਸੀਂ ਬਾਹਰੋਂ ਆਉਣੇ ਆ, ਤੁਹਾਡੇ ਤੇ ਕੋਈ ਚਾਰਜ ਲੱਗਾ ਹੈ, ਉਹ ਤੁਹਾਨੂੰ ਦਿਖਾਲਣਾ ਪੈਂਦਾ। ਡਾਕਟਰ ਸਾਹਿਬ, ਇੱਕ ਰਿਪੋਰਟ ਆਈ ਹੈ ਐਕਚੁਅਲੀ ਸੀਬੀਸੀ ਵਾਲਿਆਂ ਨੇ ਅੰਡਰ ਐਕਸੈਸ ਟੂ ਇਨਫੋਰਮੇਸ਼ਨ ਲਾਅ ਦੇ ਤਹਿਤ ਕੁਝ ਡਾਕੂਮੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਐਕਸੈਸ ਕੀਤਾ ਤੇ ਸੀਬੀਐਸ ਜਿਹੜੇ ਆਫੀਸਰਸ ਹੈਗੇ ਆ ਹੁਣ ਉਸ ਸਵਾਲਾਂ ਦੇ ਘੇਰੇ 'ਚ ਆ। ਤੇ ਇਸ ਰਿਪੋਰਟ ਬਾਰੇ ਆਪਣੇ ਸਰੋਤਿਆਂ ਨੂੰ ਡਿਟੇਲ ਦੇ ਵਿੱਚ ਦੱਸੋ। ਇਹਦੇ ਜਿਹੜੀ ਵੈਸੇ ਸਾਨੂੰ ਜਿਹਨਾਂ ਕੰਸਰਨ ਹੋਣਾ ਚਾਹੀਦਾ ਉਹ ਇਹ ਇਸ਼ੂ ਆ ਕਿ ਕੁਛ ਇੱਕ ਆਫੀਸਰਸ ਕੁਛ ਗੈਂਗਸਟਰ ਦੇ ਨਾਲ ਬੈਠੇ ਮਿਲੇ ਉਹਨਾਂ ਨੂੰ। ਹਾਂਜੀ, ਕੁਛ ਇੱਕ ਡਰੱਗ ਡੀਲਰਸ ਦੇ ਕੋਲ ਬੈਠੇ ਮਿਲੇ ਉਹਨਾਂ ਨੂੰ, ਕੁਛ ਇੱਕ ਰਿਸ਼ਵਤ ਲੈਂਦੇ, ਕੁਛ ਇੱਕ ਆਪਣੇ ਬੰਦੇ ਜੇ ਉਹਨਾਂ ਦਾ ਕੋਈ ਜਾਣਦਾ ਆ ਗਿਆ ਉਹਦੇ ਨਾਲ ਨਰਮੀ ਦਿਖਾਲਦੇ ਆ ਤੇ ਦੂਜਿਆਂ ਦੇ ਨਾਲ ਸਖਤੀ ਦਿਖਾਲਦੇ ਆ। ਹੁਣ CBSA ਜਿਹੜੀ ਕੈਨੇਡੀਅਨ ਬਾਰਡਰਸ ਨੂੰ ਸਿਕਿਉਰ ਕਰਨ ਲਈ ਰੱਖੀ ਆ ਸਾਡੇ, ਉਹਦੇ ਵਿੱਚ ਇੱਕ ਤਾਂ ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ ਬੰਦਾ ਲਾਅ ਐਨਫੋਰਸਮੈਂਟ ਸੁਸਾਇਟੀ ਦੇ ਵਿੱਚ, ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਵਿੱਚ ਜਾਂਦਾ ਹੈ, ਕਿ ਉਹ ਵਾਕਈ ਚਾਹੁੰਦੇ ਆ ਕਿ ਅਸੀਂ ਲਾਅ ਐਂਡ ਆਰਡਰ ਰੱਖਣਾ, ਜਾਂ ਉਹ ਦੇਖਦੇ ਆ ਵੀ ਇਹ ਚਮਕ ਦਮਕ ਵਾਲੀ ਚੀਜ਼ ਹੈ, ਵੀ ਗਨ ਪਾ ਕੇ ਤੁਰੇ ਫਿਰਨਾ ਇਹ ਬੜੀ ਵਧੀਆ ਗੱਲ ਲੱਗਦੀ ਨਾ। ਇੱਕ ਪਿੱਛੇ ਜਿਹਾ ਇੱਕ ਇੰਟਰਵਿਊ ਦੇ ਰਹੇ NBC ਵਾਲੇ ਦਿਖਾ ਰਹੇ ਸੀ, ਉਹਨਾਂ ਨੇ ਫਿਲਾਡੈਲਫੀਆ ਇੱਥੇ ਅਮਰੀਕਾ ਦੇ ਵਿੱਚ ਬੜਾ ਵੱਡਾ ਟਾਊਨ ਹੈ, ਤਾਂ ਉੱਥੇ ਕਾਲੇ ਕਾਫੀ ਹੈ, ਕਾਲਿਆਂ ਦੀ ਪਾਪੂਲੇਸ਼ਨ ਉਹਨਾਂ ਦੇ, ਜਿਹੜਾ ਵਿਲ ਸਮਿਥ ਆ ਉਹ ਉੱਥੇ ਦਾ ਹੈ ਐਕਚੁਅਲੀ। ਤੇ ਉਹਨੂੰ ਦਿਖਾਉਂਦੇ ਸੀ, ਉਹ ਇੰਟਰਵਿਊ ਦੇ ਵਿੱਚ ਕਹਿੰਦਾ ਕਿ ਜੇ ਤੁਸੀਂ ਦੇਖਦੇ ਆ ਨਾ ਵੀ ਮੈਂ ਗੈਂਗਸਟਰ ਆ, ਕਹਿੰਦਾ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਨਾਲ ਦੇ ਜਿਹੜੇ ਬੰਦੇ ਪੁਲਿਸ ਫੋਰਸ ਦੇ, ਉਹਨੇ ਇਕੱਲੇ ਪੁਲਿਸ ਦੀ ਗੱਲ ਕਰਦਾ ਸੀ, ਕਹਿੰਦਾ ਮੇਰੇ ਨਾਲ ਜਿਹੜੇ ਪੜ੍ਹਦੇ ਸੀ ਜਾਂ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਉੱਥੇ ਮੁਹੱਲੇ ਦੇ ਵਿੱਚ ਜਿਹੜੇ ਪੁਲਿਸ ਦੇ ਵਿੱਚ ਗਏ ਆ, ਮੈਂ ਤੁਹਾਨੂੰ ਕਹਿੰਦਾ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ 'ਚੋਂ ਮੈਜੋਰਟੀ ਬੰਦੇ ਜੇ ਉਹ ਪੁਲਿਸ 'ਚ ਨਾ ਜਾਂਦੇ ਉਹ ਵੀ ਗੈਂਗਸਟਰ ਹੀ ਹੋਣੇ ਸੀ। ਕਹਿੰਦਾ ਆਹ ਹੀ ਕੰਮ ਉਹ ਕਰਦੇ ਹੁੰਦੇ ਸੀ ਜਿਹੜੇ ਅਸੀਂ ਕਰਦੇ ਹੁੰਦੇ ਸੀ, ਵੀ ਕਿਸੇ ਨੂੰ ਕੁੱਟ ਦਿੱਤਾ, ਕਿਸੇ ਨੂੰ ਆਹ ਲੈਣਾ, ਕਿਸੇ ਨੇ ਚੋਰੀ ਕਰ ਲਈ, ਕਿਸੇ ਨੇ ਡਰੱਗ ਵੇਚਤੀ। ਕਹਿੰਦਾ ਉਹ ਅਜੇ ਵੀ ਉਹੀ ਕਰਦੇ ਆ ਜਿਹੜੀ ਪੁਲਿਸ ਯੂਨੀਫਾਰਮ ਪਾ ਕੇ। ਫਰਕ ਇਹ ਆ ਵੀ ਉਹਨਾਂ ਨੂੰ ਪੁਲਿਸ ਨੇ ਰੱਖ ਲਿਆ, ਉਹਨਾਂ ਨੂੰ ਜੌਬ ਮਿਲ ਗਈ। ਸਾਡੇ ਵਰਗਿਆਂ ਨੂੰ ਕਹਿੰਦਾ ਕੋਈ ਜੌਬ ਹੈ ਨਹੀਂ ਸੀ, ਅਸੀਂ ਬਾਹਰ ਤੁਰੇ ਫਿਰਦੇ ਸੀ, ਅਸੀਂ ਫਿਰ ਉਹ ਕੰਮ ਜ਼ਿਆਦਾ ਕਰਨ ਲੱਗ ਪਏ। ਫਿਰ ਜਿਹੜਾ ਬੰਦਾ ਡਰੱਗ ਵੇਚਦਾ ਉਹ ਡਰੱਗ ਜ਼ਿਆਦਾ ਵੇਚਣ ਲੱਗ ਪਿਆ। ਹਾਂਜੀ, ਜਿਹੜਾ ਬੰਦੇ ਨੂੰ ਪੁਲਿਸ ਦੀ ਜੌਬ ਮਿਲ ਗਈ ਉਹਨੂੰ ਚਲੋ ਉਹਨੂੰ ਇਨਕਮ ਹੋਰ ਹੋ ਗਈ। ਤੇ ਇਸ ਤਰ੍ਹਾਂ ਦੀ ਇੱਕ ਕ੍ਰਿਮਨੋਲੋਜਿਸਟ ਨੇ ਸਟੱਡੀ ਕੀਤੀ, ਉਹ ਕਹਿੰਦਾ ਵੀ ਜੇ ਤੁਸੀਂ ਜਿੱਦਾਂ ਵੈਸੇ ਦੇਖਦੇ ਆ, ਤੁਸੀਂ ਕਹਿੰਦੇ ਆ ਕਿ ਪੁਲਿਸ ਵਾਲੇ ਨੇ ਆਹ ਕੀਤਾ, CBSA ਵਾਲੇ ਨੇ ਆਹ ਕੀਤਾ, ਤੇ ਉਹਨਾਂ ਨੂੰ ਫਿਰ ਉਹਨਾਂ ਦੇ ਤੁਸੀਂ ਪੁੱਛਦੇ ਆ ਮੈਨੇਜਰਸ ਨੂੰ, ਕਮਿਸ਼ਨਰਸ ਨੂੰ ਵੀ ਆਹ ਤੁਹਾਡੇ ਬੰਦੇ ਨੇ ਕੀ ਕੀਤਾ, ਉਹਨਾਂ ਦਾ ਅਕਸਰ ਆਨਸਰ ਇਹ ਹੁੰਦਾ ਕਿ ਦੇਖੋ ਜੀ ਬੈਡ ਐਪਲ ਤਾਂ ਸਾਰੇ ਹੀ ਹੁੰਦੇ ਆ। ਇਹ ਗੱਲ ਠੀਕ ਵੀ ਆ, ਬੈਡ ਐਪਲ ਇਕੱਲੇ ਪੁਲਿਸ 'ਚ ਹੀ ਨਹੀਂ ਹੁੰਦੇ, ਹਰ ਇੱਕ ਸੰਸਥਾ ਦੇ ਵਿੱਚ ਹੀ ਹੁੰਦੇ। ਹਾਂਜੀ, ਪਰ ਉਹ ਕਹਿੰਦਾ ਵੀ ਜੇ ਅਸੀਂ ਇਹ ਗੱਲ ਛੱਡ ਕੇ ਇਦਾਂ ਦੇਖੀਏ 1000 ਪੁਲਿਸ ਵਾਲੇ ਲੈ ਲਈਏ ਤੇ 1000 ਸਿਵਿਲੀਅਨ ਲੈ ਲਈਏ ਜਿਹੜੇ ਉਦਾਂ ਹੀ ਵੈਸੇ ਹੀ ਬੈਠੇ ਆ, ਕੋਈ ਸਰੀ ਦੇ ਵਿੱਚ ਬੈਠਾ, ਵੈਨਕੂਵਰ ਬੈਠਾ ਆ, ਕੰਮ ਕਰਦੇ ਹੋਰ ਕੰਮ ਕਰਦੇ, ਤੇ ਜੇ ਤੁਸੀਂ 1000 ਕ੍ਰਿਮੀਨਲ 1000 ਪੁਲਿਸ ਵਾਲੇ ਦੇ ਕ੍ਰਾਈਮ ਦੇਖਣੇ ਆ ਨਾ ਤੇ 1000 ਸਿਵਿਲੀਅਨ ਦੇ ਦੇਖਣੇ ਆ,
ਇਹ ਪੁਲਿਸ ਵਾਲਿਆਂ ਦੇ ਕਈ ਗੁਣਾ ਜ਼ਿਆਦਾ ਆ। ਇਹ ਉਹ ਬੰਦੇ ਆ ਜਿਨ੍ਹਾਂ ਨੇ ਲਾਅ ਐਨਫੋਰਸਮੈਂਟ ਕਰਨੀ ਹੈ। ਤੁਸੀਂ ਇਹ ਵੀ ਦੇਖ ਲਿਓ ਨੰਬਰ ਜਿਹੜੇ ਇਹਨਾਂ ਨੇ ਦਿੱਤੇ ਆ CBC ਦੀ ਰਿਪੋਰਟ ਨੇ, CBSA ਦੇ ਵਿੱਚੋਂ ਕੀ ਕੁਛ ਹੋ ਰਿਹਾ ਉਹਨਾਂ ਦੇ ਵਿੱਚ। ਇਹ ਉਹ ਨੌਜਵਾਨ ਆ ਜਿਹੜੇ ਐਕਚੁਅਲੀ ਆਪਣੇ ਨੂੰ ਮਾਚੋ ਸਮਝਦੇ ਆ। ਹਾਂਜੀ, ਗਨ ਪਾਈ ਜਾਂ ਟੈਟੂ ਪਾਏ ਇਹਨਾਂ ਨੇ ਡੋਲਿਆਂ ਦੇ ਉੱਤੇ। ਤੁਸੀਂ ਦੇਖਦੇ, ਮੈਂ ਇੱਕ ਵਾਰ ਏਅਰਪੋਰਟ ਤੇ ਕੋਈ ਬੰਦਾ ਆਉਣਾ ਸੀ, ਉਹਦੇ ਨਾਲ ਸਾਰਾ ਦਿਨ ਵਿਚਾਰੇ ਨਾਲ ਉਹ ਕੁੱਤੇ ਖਾਣੀ ਕੀਤੀ ਉਹਨਾਂ ਨੇ CBSA ਵਾਲੇ। ਕੀ ਕਰਨ ਵਾਲੇ ਵੀ ਸਾਡੇ ਹੀ ਬੰਦੇ ਸੀ, ਪੰਜਾਬੀ ਸੀ ਮੁੰਡੇ, ਪਰ ਉਹਨਾਂ ਨੂੰ ਮਾਣ ਹੋ ਗਿਆ ਨਾ ਵੀ ਅਸੀਂ ਹੈ ਤਾਂ ਕਲਰਕ ਲੈਵਲ ਦੇ ਹੀ ਉਹ ਬੰਦੇ। ਹਾਂਜੀ, ਉਹਨੂੰ ਆਫੀਸਰ ਕਰਕੇ ਸੰਬੋਧਨ ਕਰਦੇ ਆ ਲੋਕੀ। ਹਾਂਜੀ, ਵੀ ਤੂੰ ਆਫੀਸਰ ਆ। ਆਫੀਸਰ ਕੋਈ ਨਹੀਂ, ਉਹ ਕਲਰਕ ਹੁੰਦੇ ਆ ਵੈਸੇ। ਤੇ ਉਹਨਾਂ ਨੂੰ ਮਾਣ ਹੋ ਜਾਂਦਾ, ਡੋਲੇ ਦਿਖਾ ਦੇ ਨਾ ਇਦਾਂ ਵੀ ਮੈਂ ਤਾਂ ਹੁਣ ਚਾਰਜ ਆ। ਤੁਸੀਂ ਓਬਵੀਅਸਲੀ ਜਿਹੜਾ ਬਾਹਰੋਂ ਬੰਦਾ ਆਇਆ ਉਹ ਤਾਂ ਉਹਨਾਂ ਦੇ ਮੂਹਰੇ ਪੇਸ਼ ਹੋਇਆ ਕਿ ਉਹਨੂੰ ਪੇਸ਼ ਹੋਣਾ ਹੀ ਪੈਂਦਾ ਹੈ। ਤੇ ਉਹਦੀ ਇੱਕ ਨਹੀਂ ਸੁਣੀ ਬੰਦੇ ਦੀ, ਉਹਨੂੰ ਡਾਇਬੈਟਿਕ ਸੀਗਾ। ਫਿਰ ਮੈਂ ਉਹਨਾਂ ਦੇ ਮੈਨੇਜਰ ਨਾਲ ਗੱਲ ਕੀਤੀ, ਮੈਂ ਕਿਹਾ ਵੀ ਜੇ ਮੈਂ ਤੁਹਾਨੂੰ ਸ਼ਾਦੀ ਦੇ ਦਿੰਦਾ ਵੀ ਇਹਨੂੰ ਮੈਂ ਕੱਲ ਨੂੰ ਲੈ ਕੇ ਆ ਜਾਊਂਗਾ ਇੱਥੇ, ਤੁਸੀਂ ਇਹਨੂੰ ਹੁਣ ਤਾਂ ਛੱਡੋ। ਹਾਂਜੀ। ਫਿਰ ਉਹ ਕਹਿੰਦਾ ਚੱਲ ਜੇ ਤੂੰ ਕਹਿਣਾ ਏਦਾਂ ਵੀ ਕੱਲ ਨੂੰ ਲੈ ਕੇ ਆ ਜਾਊਂ, ਸਵੇਰੇ 8 ਵਜੇ ਇੱਥੇ ਹੋਣਾ ਚਾਹੀਦਾ। ਮੈਂ ਕੋਈ ਗੱਲ ਨਹੀਂ, ਹੁਣ ਛੱਡੋ ਇਹਨੂੰ, ਰੋਟੀ ਤਾਂ ਖਾਵੇ ਬੰਦਾ ਜਾ ਕੇ। ਉਹਨੂੰ ਲਿਆ ਕੇ ਆਂਦਾ। ਫਿਰ ਇਹਨਾਂ ਨੇ ਐਕਚੁਅਲੀ ਮਾਫੀ ਮੰਗੀ ਬਾਅਦ ਦੇ ਵਿੱਚ। ਉਹ IG ਸੀਗਾ ਇੰਡੀਅਨ ਪੁਲਿਸ ਦਾ। ਇਹਨਾਂ ਨੇ ਉਹਦੇ ਜਿਹੜੇ ਸ਼ਬਦ ਯੂਜ਼ ਕੀਤੇ ਨਾ, ਲਿਖੇ CBSA ਆਪਣੇ ਅਫਸਰਾਂ ਨੇ ਲਿਖੇ, ਜਿਹੜੇ ਬੰਦਿਆਂ ਨੇ, ਉਹਨਾਂ ਨੇ ਬਾਅਦ ਦੇ ਵਿੱਚ CBSA ਨੇ ਵੀ ਮਾਫੀ ਮੰਗੀ, ਕੈਨੇਡੀਅਨ ਸਰਕਾਰ ਨੇ ਵੀ ਮੰਗੀ। ਇੱਥੋਂ ਉਹਨੂੰ ਭੇਜ ਦਿੱਤਾ, ਉੱਥੋਂ ਫਿਰ ਕੈਨੇਡੀਅਨ ਸਰਕਾਰ ਨੇ ਆਪਣੇ ਕੋਲੋਂ ਪੈਸੇ ਲਾ ਕੇ ਉਹਨੂੰ 에ਅਰਪਲੇਨ ਤੇ ਟਿਕਟ ਲੈ ਕੇ ਦਿੱਤੀ ਵੀ ਤੂੰ ਵਾਪਸ ਆ ਇੱਥੇ। ਇਹ ਬਹੁਤ ਕੁਝ ਕਰਦੇ ਆ CBSA ਦੇ ਵਿੱਚ, ਜਿਹੜਾ ਕਿ ਕਈ ਵਾਰੀ ਇਹ ਫਤੂਰ ਚੜ ਜਾਂਦਾ ਨਾ ਦਿਮਾਗ ਨੂੰ। ਅਸੀਂ ਹੁਣ ਯੂਨੀਫਾਰਮ ਪਾਈ ਤਾਂ ਅਸੀਂ ਕਈ ਕੁਝ ਕਰ ਸਕਦੇ ਹਾਂ। ਜਿਹੜੇ ਆਮ ਲੋਕ ਹੁੰਦੇ ਉਹ ਤਾਂ ਵਿਚਾਰੇ ਡਰੇ ਚ ਹੁੰਦੇ ਆ ਜਦੋਂ ਉਹਨਾਂ ਨੇ ਕ੍ਰਾਸ ਕਰਨਾ ਹੁੰਦਾ ਬਾਰਡਰ। ਡਰਦੇ ਹੋਏ ਇਸ ਕਰਕੇ ਆ ਵੀ ਕਿਉਂਕਿ ਜਿਹੜੀ ਖਾਸ ਤੌਰ ਤੇ ਬਾਰਡਰ ਦੀ ਅਥਾਰਟੀ ਆ ਉਹ ਕੁਝ ਵੀ ਕਰ ਸਕਦੇ। ਹਾਂਜੀ, ਜੇ ਤੁਸੀਂ ਕਮ ਸੇ ਕਮ ਤੁਹਾਨੂੰ ਇੱਥੇ ਪੁਲਿਸ ਵਾਲਾ ਰੋਕਦਾ, ਤੁਸੀਂ ਲਾਇਰ ਨੂੰ ਕਾਲ ਕਰਦੇ ਆ, ਤੁਸੀਂ ਆਪਣੇ ਉਹਨਾਂ ਦੇ ਖਿਲਾਫ ਕੰਪਲੇਂਟ ਕਰਦੇ ਆ। ਜਿਹੜਾ ਬਾਰਡਰ ਤੇ ਤੁਹਾਨੂੰ ਰੋਕਦੇ ਆ ਉਹ ਤੁਹਾਡੀਆਂ ਸਰਚਸ ਕਰ ਸਕਦੇ ਜੀ, ਉਹਨਾਂ ਤੋਂ ਹੱਕ ਆ ਵੈਸੇ ਤੁਹਾਡਾ ਇੱਕ ਸਰਚ ਕਰਨ ਦਾ ਜੀ। ਤਾਂ ਲੋਕੀ ਜ਼ਿਆਦਾ ਡਰਦੇ ਉਹਨਾਂ ਤੋਂ, ਤਾਂ ਇਸ ਕਰਕੇ ਉਹ ਥੋੜਾ ਜਿਹਾ ਫਤੂਰ ਵੀ ਚੜ ਜਾਂਦਾ ਉਹਨਾਂ ਨੂੰ ਦਿਮਾਗ ਨੂੰ। ਡਾਕਟਰ ਸਾਹਿਬ, ਇਸ ਰਿਪੋਰਟ ਦੇ ਵਿੱਚ ਇਹ ਵੀ ਆਇਆ ਵੀ ਜਦੋਂ ਕਿਸੇ ਨੂੰ ਰੋਕਦੇ ਆ, ਉਹ ਸਵਾਲ ਜਵਾਬ ਕਰਦੇ ਆ, ਤਾਂ ਬਾਅਦ ਦੇ ਵਿੱਚ ਜਾ ਕੇ ਜਿਹੜੇ ਆਫੀਸਰਸ ਆ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਆ ਵੀ ਅਸੀਂ ਲੋਕਾਂ ਨੂੰ ਆਹ ਕਰਨ ਦੇ ਲਈ ਮਜਬੂਰ ਕੀਤਾ। ਮੈਂ ਇੱਕ ਇੱਥੇ CBSA ਦਾ ਆਫੀਸਰ ਕੈਲਗਰੀ ਲੱਗਾ ਸੀ, ਆਪਣਾ ਮੁੰਡਾ ਸੀ। ਹਾਂਜੀ। ਉਹਨੇ ਇੰਨਾ ਮਤਲਬ ਜਿੱਦਾਂ ਕੋਈ ਨਸਲੀ ਗੋਰਾ ਗੱਲਾਂ ਕਰਦਾ ਹੁੰਦਾ ਨਾ, ਸਾਡੇ ਹੀ ਬੰਦਿਆਂ ਦੇ ਖਿਲਾਫ, ਪੰਜਾਬੀ ਏਦਾਂ ਕਰਦੇ ਆ, ਪੰਜਾਬੀ ਏਦਾਂ ਕਰਦੇ ਆ। ਮੈਂ ਕਿਹਾ ਪੰਜਾਬੀਆਂ ਦਾ ਗੱਲ ਸੁਣੋ, ਇਹ ਕੱਲਾ ਪੰਜਾਬੀਆਂ ਦਾ ਨਹੀਂ, ਵੀ ਸਾਡੇ 'ਚ ਵੀ ਕ੍ਰਿਮੀਨਲ ਬੰਦੇ ਹੈਗੇ ਆ, ਸਾਡੇ 'ਚ ਵੀ ਝੂਠ ਬੋਲਣ ਵਾਲੇ ਹੈਗੇ ਆ। ਇਹ ਸਾਡੀ ਇਜ਼ਾਰੇਦਾਰੀ ਤਾਂ ਹੈ ਨਹੀਂ, ਸਾਰੀਆਂ ਕੌਮਾਂ ਏਦਾਂ ਕਰਦੀਆਂ। ਅੱਛਾ, ਫਿਰ ਉਹਨੂੰ ਲੱਗਾ ਕਿ ਮੈਂ ਜ਼ਿਆਦਾ ਹੀ ਬੋਲ ਗਿਆ। ਫਿਰ ਕਹਿੰਦੇ ਨਹੀਂ ਤੁਸੀਂ ਠੀਕ ਕਹਿੰਦੇ ਆ, ਸਾਰੇ ਹੀ ਏਦਾਂ ਕਰਦੇ ਆ। ਉਹ ਇੱਕਦਮ ਹੀ ਬਦਲ ਗਿਆ ਜੀ। ਪਰ ਉਹ ਵਿਊ ਉਹਦੀ ਇਹੀ ਸੀ ਵੀ ਜਿਹੜੇ ਪੰਜਾਬੀ ਆਉਂਦੇ ਉਹਨਾਂ ਨੂੰ ਅਸੀਂ ਤੰਗ ਕਰਦੇ ਹਾਂ ਜੀ, ਅਸੀਂ ਤੰਗ ਕਰ ਸਕਦੇ ਹਾਂ, ਕਿਉਂਕਿ ਜਿਹੜੇ ਸਾਡੇ ਇੱਥੇ ਚੁਣੇ ਹੋਏ ਨੁਮਾਇੰਦੇ ਤਾਂ ਮਰੇ ਤੁਰੇ ਫਿਰਦੇ ਆ। ਉਹ ਭੋਗ ਤੇ ਜਾਣਗੇ ਤੇ ਵਿਆਹ ਤੇ ਕਿਸੇ ਦੇ ਜਾਣਗੇ। ਜੇ ਤੁਸੀਂ ਕਹੋਗੇ ਤੇ ਕੋਈ ਐਕਸ਼ਨ ਲੈਣਾ ਚਾਹੀਦਾ, ਤੁਸੀਂ ਪਬਲਿਕ ਸੇਫਟੀ ਮਿਨਿਸਟਰ ਨੂੰ ਸਾਡੀ ਆਵਾਜ਼ ਉਠਾਓ, ਕੋਈ ਨਹੀਂ ਬੋਲੂਗਾ ਉਹਨਾਂ ਦੇ ਵਿੱਚੋਂ। IG ਇੱਥੇ ਬੰਦਾ ਆਇਆ, ਸਾਰੇ ਅਖਬਾਰਾਂ ਨੇ ਲਿਖਿਆ, ਇੰਡੀਆ ਦੇ ਅਖਬਾਰਾਂ ਨੇ ਲਿਖਿਆ। ਹਾਂਜੀ, ਇੱਥੇ ਦੇ ਚੁਣੇ ਹੋਏ ਮਰੇ ਹੋਏ ਬੰਦੇ ਜਿਹੜੇ ਆ, ਇਹਨਾਂ ਚੋਂ ਕੋਈ ਨਹੀਂ ਬੋਲਿਆ, ਕਿਸੇ ਨੇ ਗੱਲ। ਉਸ ਬੰਦੇ ਨੂੰ ਹਾਈ ਕਮਿਸ਼ਨਰ ਨੇ ਸੱਦ ਕੇ ਮਾਫੀ ਮੰਗੀ ਆਪਣੇ ਦਿੱਲੀ ਦੇ ਵਿੱਚ, ਤੇ ਉਹਨੂੰ ਦੁਬਾਰਾ ਭੇਜਿਆ ਗਿਆ। ਇੱਕ ਵੀ ਬੰਦਾ ਨਹੀਂ ਬੋਲਿਆ, ਮੂੰਹ ਨਹੀਂ ਇਹਨਾਂ ਦਾ ਖੁੱਲਿਆ ਇੱਥੇ ਜੀ। ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਗੱਲ ਵੀ ਕੀਤੀ ਹੈਗੀ ਆ, ਹੁਣ ਜੇ ਪਿਛਲੇ ਵਿੱਤੀ ਸਾਲ ਦੌਰਾਨ ਆਪਾਂ ਦੇਖਦੇ ਆ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 92 ਸਥਾਪਿਤ ਜਾਂਚਾਂ ਦਾ ਸਿੱਟਾ ਕੱਢਿਆ। ਉਹਦੇ ਵਿੱਚ 12 ਬਾਰਡਰ ਆਫੀਸਰ ਨੂੰ ਜ਼ੁਬਾਨੀ ਤਾੜਨਾ ਕੀਤੀ ਗਈ, 42 ਨੂੰ ਲਿਖਤੀ ਤੌਰ ਤੇ ਤਾੜਨਾ ਕੀਤੀ ਗਈ ਸੀ ਤੇ 38 ਨੂੰ ਮੁਅੱਤਲ ਕੀਤਾ ਗਿਆ ਸੀ। ਅਲੱਗ-ਅਲੱਗ ਜਿਹੜੇ ਇਹ ਕੇਸ ਜਿਹੜੇ ਇਹ ਬਦਤਮੀਜ਼ੀਆਂ ਕਰਦੇ ਆ ਲੋਕਾਂ ਦੇ ਨਾਲ ਜਾਂ ਫਿਰ ਜ਼ਿਆਦਾ ਜ਼ਾਤੀਆਂ ਕਰ ਲੈਂਦੇ ਆ। ਰੁੱਖ ਕਰਦੇ ਆ ਹੁਣ ਆਪਾਂ ਅਗਲੀ ਖਬਰ ਵੱਲ।
डिपार्टमेंट ऑफ नैशनल डिफेंस द्वारा जांच किए गए अफगाना दियां 2900 ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਨੂੰ ਇੱਕ ਮਿਸਟਰੀ ਬਣੀਆਂ ਹੋਈਆਂ ਨੇ, गायब भी हो चुकियां ने। यह एक बहुत बड़ा कह लो कि सवाल बन चुके कि आखिर वो एप्लीकेशनस गईयां किथे। हुण यूक्रेन तो रिफ्यूजी आउंदे आ तो मैनूं लगदा हुंदा भी जस्टिन ट्रूडो ने उत्थों जाके चक के लियाउने किसी, भावें जे प्लेन ना मिलिया तो इन्हां ने घनेरी ते बिठा के लियाउने। हाँ जी, हर एक अखबार ने भी इत्थे वैसे बहुतियां पत्रकारां ने भी सवाल किया कि उन्हां नाल जिहड़ा ट्रीटमेंट हो रहा, ਜਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ, ਅਫਗਾਨਿਸਤਾਨ ਨੇ ਇਹਨਾਂ ਨੂੰ ਕੋਈ ਸੱਦਿਆ ਨਹੀਂ ਸੀ ਸਾਡੇ ਬੰਦਿਆਂ ਨੂੰ ਇੱਥੇ। ਹਾਂਜੀ, ਸਾਡਾ ਕੈਨੇਡੀਅਨ ਬ੍ਰਿਗੇਡ ਉੱਥੇ ਕੰਧਾਰ ਦੇ ਵਿੱਚ ਪੋਸਟਡ ਸੀ। ਇਹਨਾਂ ਨੂੰ ਲੋੜ ਸੀ ਅਫਗਾਨੀ ਲੋਕਾਂ ਦੀ ਵੀ ਕੋਆਪਰੇਸ਼ਨ ਕਰਨ ਲਈ, ਇੰਟਰਪ੍ਰੀਟਰ ਦੀ ਲੋੜ। ਤੁਸੀਂ ਕਿਲੋ ਆਟਾ ਹੀ ਲੈਣਾ ਤਾਂ ਤੁਹਾਨੂੰ ਲੱਭਦਾ ਨਹੀਂ, ਉਹ ਅਫਗਾਨੀ ਬੰਦਾ ਹੋਊਗਾ ਤਾਂ ਦਵਾਊਗਾ ਕਿਤੇ। ਇਹਨਾਂ ਦੇ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਉਹਨਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਰੈਫਿਊਜੀ ਸਟੇਟਸ ਦੇਵਾਂਗੇ, ਲੈ ਕੇ ਜਾਵਾਂਗੇ। ਅੱਛਾ, ਉਹਨਾਂ ਨੇ ਐਪਲੀਕੇਸ਼ਨਸ ਕੀਤੀਆਂ। ਫਿਰ ਜਿਹੜਾ CIC ਹੈ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਉਹਨਾਂ ਐਪਲੀਕੇਸ਼ਨਸ ਨੂੰ ਡਿਪਾਰਟਮੈਂਟ ਆਫ ਡਿਫੈਂਸ ਡਿਪਾਰਟਮੈਂਟ ਕੋਲ ਭੇਜਦੇ। ਵੈਟਿੰਗ ਪ੍ਰੋਸੈਸ ਹੈ, ਹਾਂਜੀ, ਪੁੱਛਣ ਲਈ ਵੀ ਇਹਨਾਂ ਬੰਦਿਆਂ ਨੇ ਵਾਕਿਆ ਕੰਮ ਕੀਤਾ ਜੀ, ਵੈਰੀਫਾਈ ਕਰਦੇ। तो उन्होंने डिफेंस डिपार्टमेंट वाले ने कहा कि असीं वो सारियां फाइलां वैट करके भेजतियां इन्हां नूं। हाँ जी, ते ये कहंदे सानूं लभदियां ही नहीं। 2900 फाइल है उन्हां दी। हाँ जी, ये एक अद्धी ये चूहे कुतर गए। अगे तां कहंदे हुंदे सी चूहा कुतर गया ना, फाइलां पईयां हुंदियां सी। हुण तां कंप्यूटर नूं इहदे विचों किदां चूहा कुतर जाऊगा। हाँ जी, ਉਹ उन्हां दीयां फाइल्स लभदियां नहीं ते यूक्रेन वालियां दीयां फाइल धड़ आउंदियां ने। यूक्रेन वालियां नूं तां ज़्यादा प्रोसैस भी नहीं फॉलो करना पैंदा जिहड़ा अफगानियां नूं करना पैंदा। अफगानी ਉਹ ਉੱਥੇ ਬੈਠੇ ਆ ਜਿਹੜੇ ਇਹਨਾਂ ਦੀ ਮਦਦ ਕਰਦੇ ਹੁੰਦੇ ਸੀ। ਹਾਂਜੀ, ਅੱਛਾ, ਉਹਨਾਂ ਨੂੰ ਖਤਰਾ ਇਹ ਆ ਕਿ ਤਾਲਿਬਾਨ ਉਹਨਾਂ ਨੂੰ ਧਮਕੀਆਂ ਵੀ ਦਿੰਦੇ ਆ। ਹਾਂਜੀ, ਕਿ ਤੁਸੀਂ ਉਹਨਾਂ ਦੀ ਮਦਦ ਕਿੱਦਾਂ ਕਰਦੇ। ਉਹਨਾਂ ਨੇ ਜੋਖਮ ਕਿੰਨਾ ਉਠਾਇਆ ਤੇ ਉਹਨਾਂ ਦੀ ਐਪਲੀਕੇਸ਼ਨ ਤੇ ਕਹਿੰਦੇ ਗਾਇਬ ਆ ਜੀ। ਰੰਗ ਹੋ ਰਿਹਾ ਨਾ। ਹਾਂਜੀ, ਆ ਰੰਗਦਾਰ ਬੰਦੇ ਉੱਥੇ ਬੈਠੇ ਪਾਰਲੀਮੈਂਟ 'ਚ, ਮੂੰਹ ਅਗੇ ਖੋਲਣਾ ਨਹੀਂ ਇਹਨਾਂ ਨੇ, ਚੁੱਪ ਕਰਕੇ। ਆ ਜਿਹੜੀਆਂ ਖਬਰ ਵੀ ਕੱਢੀ ਆ, ਇਹ ਐਕਸੈਸ ਟੂ ਇਨਫੋਰਮੇਸ਼ਨ ਨਹੀਂ ਕੱਢੀ ਆ। ਹਾਂਜੀ, ਮੀਡੀਆ ਵਾਲਿਆਂ ਨੇ ਕਿਸੇ ਪੱਤਰਕਾਰ ਨੂੰ ਪਤਾ ਲੱਗਾ ਹੋਣਾ, ਉਹਨੇ ਕੱਢੀ ਆ। ਹਾਂਜੀ, ਕਿਸੇ ਦੀ ਜ਼ੁਬਾਨ ਨਹੀਂ ਖੁੱਲੀ ਉੱਥੇ ਪਾਰਲੀਮੈਂਟ 'ਚ ਬੈਠੇ ਦੀ ਜੀ, ਤੇ ਇਹਨਾਂ ਨੂੰ ਚੁਣ ਕੇ ਭੇਜਿਆ जी बिल्कुल, इन्होंने तो कोई सवाल ही नहीं करना इस चीज के उपर, इत्ते तो चुप रहणगे। डॉक्टर साहब, रुख करते हैं जी अगली खबर वाल, जिसका संबंध हैगा US प्रेसिडेंट जो बाइडन दे नाल। हुण उन्हां ने अपने ही एडमिनिस्ट्रेशन दी निखेधी कीती आ, उन्होंने पत्रकारां दी निंदा कीती आ कि उन्हां दी जिहड़ी कवरेज हैगी आ उहनूं नैगेटिव दिखाउंदे, नकारात्मक तरीके दे नाल उहनूं पेश कीता जांदा है। की कहना चाहोगे तुसीं इस ते? जिद्दां यूक्रेन दे विच ज़ेलेंस्की नहीं, वो सारियां ते अपसेट होया है। जो बाइडन साहब भी इदां ही अपसेट होए। हाँ जी, क्योंकि हर जिहड़ी खबर आउंदी है नैगेटिव ही आउंदी उन्हां दे। हाँ जी, हुण एयरफोर्स 1 जिहड़ा है इन्हां नूं जहाज दित्ता है, ਉਹਦੇ ਤੇ ਕੋਈ 60-65 ਸੀਟਾਂ ਹੁੰਦੀਆਂ ਜਿਨ੍ਹਾਂ 'ਚ ਰਿਪੋਰਟਰ ਨਾਲ ਬੈਠੇ ਹੁੰਦੇ ਇਹਨਾਂ ਦੇ ਪਿੱਛੇ। ਹਾਂਜੀ, ਵੈਸੇ ਪ੍ਰੈਜ਼ੀਡੈਂਟ ਤਾਂ ਉਹਨਾਂ ਦੀ ਟੀਮ ਤਾਂ ਮੋਹਰੇ ਬੈਠੀ ਹੁੰਦੀ, ਇਹਨਾਂ ਦਾ ਵੱਖਰਾ ਕਮਰਾ ਹੈ। ਤੇ ਉਹ ਪਿੱਛੇ ਪਾਸੇ ਗਏ ਕਿਤੇ, ਉਹਨਾਂ ਨੂੰ ਸਾਰਿਆਂ ਨੂੰ ਸੰਬੋਧਨ ਕੀਤਾ, ਕਹਿੰਦੇ ਤੁਹਾਨੂੰ ਨੈਗੇਟਿਵ ਖਬਰਾਂ ਵੀ ਮੇਰੇ ਬਾਰੇ ਪਤਾ ਲੱਗਦਾ, ਮੇਰੀ ਪੋਜ਼ਿਟਿਵ ਖਬਰ ਕਿਉਂ ਨਹੀਂ ਦਿੰਦੇ। ਹਾਂਜੀ, ਹੁਣ ਉਹ ਬੰਦੇ ਜਿਹੜੇ ਪ੍ਰੈਸ ਰਿਪੋਰਟਰ ਆ ਉਹ ਤਾਂ ਕਹਿੰਦੇ ਵੀ ਪੋਜ਼ਿਟਿਵ ਕੋਈ ਹੋਵੇ ਤਾਂ ਦੇਵਾਂਗੇ ਜੀ। ਇੱਕ ਕਿਸੇ ਨੇ ਫਿਰ ਉਦੋਂ ਬਾਅਦ ਕਾਰਟੂਨ ਛਾਪਿਆ ਸੀ ਕਿਸੇ ਅਖਬਾਰ ਦੇ ਵਿੱਚ, ਉਹ ਇੱਕ ਜਿੱਦਾਂ ਦਿਖਾਉਂਦੇ ਹੁੰਦੇ ਨਾ ਟੀਵੀ ਦੇ ਉੱਤੇ ਗ੍ਰਾਫ ਜਿਹਾ ਦਿਖਾ ਦਿੰਦੇ ਆ, ਗ੍ਰਾਫ ਤਾਂ ਨੂੰ ਚੜ੍ਹ ਗਿਆ, ਗ੍ਰਾਫ ਤਾਂ ਨੂੰ ਚੜ੍ਹ ਗਿਆ। ਹਾਂਜੀ, ਉਹ ਇੱਕ ਪਾਸੇ ਦਿਖਾਉਂਦਾ ਕਿ ਇਨਫਲੇਸ਼ਨ ਦਾ ਕੀ ਅਸਰ ਹੋ ਰਿਹਾ। ਹਾਂਜੀ, ਉਹਦੇ 'ਤੇ ਗੈਸ ਪ੍ਰਾਈਸ ਦੀ ਉਹਨਾਂ ਨੇ ਤਾਂ ਨੂੰ ਦਿਖਾਈ ਹੈ ਜਾਂਦੀ ਵੀ ਇਨਫਲੇਸ਼ਨ ਇੱਥੇ ਕਿੰਨਾ ਆ। ਫਿਰ ਉਹ ਦਿਖਾਉਂਦਾ ਗਰੋਸਰੀ ਪ੍ਰਾਈਸਸ ਦੀ ਇਨਫਲੇਸ਼ਨ, ਉਹ ਵੀ ਗ੍ਰਾਫ ਕਿੰਨਾ ਤਾਂ ਨੂੰ ਚੜ੍ਹ ਰਿਹਾ, ਅਪ ਜਾ ਰਿਹਾ। ਫਿਰ ਉਹਨਾਂ ਨੇ ਦਿਖਾਇਆ ਕਾਰਾਂ ਦੀ ਮਤਲਬ ਕਿੰਨੀ ਪ੍ਰਾਈਸ ਚੜ੍ਹੀ ਆ, ਉਹਦਾ ਗ੍ਰਾਫ ਦਿਖਾਇਆ, ਉਹਦੀ ਤਾਂ ਨੂੰ ਪ੍ਰਾਈਸ ਚੜ੍ਹੀ। ਤਾਂ ਫਿਰ ਫਾਈਨਲੀ ਉਹ ਕਹਿੰਦਾ ਸ਼ੁਕਰੀਆ ਇੱਕ ਗੱਲ ਦਾ ਕਿ ਇੱਕ ਪਾਸੇ ਇਨਫਲੇਸ਼ਨ ਹੈ ਨਹੀਂ, ਇਹ ਗ੍ਰਾਫ ਥੱਲੇ ਨੂੰ ਜਾ ਰਿਹਾ, ਉਹ ਹੈਗਾ ਜੋ ਬਾਈਡਨ ਦੀ ਪਪੂਲੈਰਿਟੀ ਦਾ। ਉਹ ਗ੍ਰਾਫ ਥੱਲੇ ਉਹ ਕਹਿੰਦਾ ਇੱਕੋ ਹੀ ਜਗ੍ਹਾ ਤੇ ਆ ਜਿੱਥੇ ਇਨਫਲੇਸ਼ਨ ਹੈ ਨਹੀਂ।
ਜੀ ਵੈਸੇ ਡਾਕਟਰ ਸਾਹਿਬ ਜੇ ਆਪਾਂ ਦੇਖੀਏ ਆਪਾਂ ਪਿਛਲੇ ਸਮੇਂ ਤੋਂ ਹਮੇਸ਼ਾ ਜਦੋਂ ਵੀ ਰਿਪੋਰਟ ਆਉਂਦੀ ਹੈ ਚਾਹੇ ਆਪਾਂ ਇਹਨਾਂ ਦੀ ਇਕਨੋਮਿਕ ਰੇਟਿੰਗ ਦੇਖਦੇ ਹਾਂ ਪਪੂਲੈਰਿਟੀ ਦੇਖਦੇ ਹਾਂ ਹਮੇਸ਼ਾ ਉਹਦਾ ਜਿਹੜਾ ਗ੍ਰਾਫ ਉਹ ਡਾਊਨ ਜਾਂਦਾ ਦੇਖੋ ਤੁਸੀਂ ਨੈਗੇਟਿਵ ਤੇ ਚਲਾ ਗਿਆ ਹੁਣ ਥੱਲੇ ਇੰਨਾ ਡਿੱਗਿਆ ਹੁਣ ਉਹਨਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਗੁੱਸਾ ਆ ਗਿਆ ਹਾਂਜੀ ਪਰਸਨਲੀ ਉਹਨਾਂ ਦੀ ਵਾਈਫ ਵੀ ਐਕਚੁਅਲੀ ਗਈ ਰਿਪੋਰਟਰ ਦੇ ਨਾਲ ਗੱਲ ਕਹੀ ਤੁਹਾਨੂੰ ਇਕਨੋਮੀ ਕਿੰਨੀ ਵਧੀਆ ਜੌਬਾਂ ਕ੍ਰੀਏਟ ਕਰਨ ਲੱਗੀ ਆ ਤਾਂ ਤੁਹਾਨੂੰ ਉਹ ਖਬਰ ਨਹੀਂ ਦੇਣੀ ਆਉਂਦੀ ਉਹ ਕਹਿੰਦੇ ਵੀ ਉਹਦੇ ਵਿੱਚ ਇਹਦਾ ਤਾਂ ਕੰਮ ਨਹੀਂ ਨਾ ਜੋ ਬਾਈਡਨ ਦਾ ਹਾਂਜੀ ਪਹਿਲਾਂ ਇਹਨਾਂ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸੀ ਕਿ ਦੇਖੋ ਇਕਨੋਮੀ ਉਹ ਪੈਂਡੈਮਿਕ ਤੋਂ ਬਾਅਦ ਜਦੋਂ ਲੋਕੀ ਕੰਮ ਤੇ ਜਾਂਦੇ ਆ ਹਾਂਜੀ ਅੱਛਾ ਉਹ ਫਿਰ ਲੋਕੀ ਫਿਰ ਉਹਨਾਂ ਦੇ ਅਪੋਨੈਂਟਸ ਕਹਿੰਦੇ ਵੀ ਦੇਖੋ ਪਹਿਲਾਂ ਫੈਕਟਰੀਜ਼ ਬੰਦ ਹੋ ਗਈਆਂ ਸੀ ਹੁਣ ਖੁੱਲ ਰਹੀਆਂ ਆ ਤਾਂ ਉਹ ਪਹਿਲਾਂ ਬੰਦੇ ਜਿਹੜੇ ਲੇ ਆਫ ਕੀਤੇ ਸੀ ਉਹੀ ਸੱਦ ਰਹੇ ਤੇ ਕ੍ਰੈਡਿਟ ਲੈਣ ਨੂੰ ਕਹਿੰਦੇ ਅਸੀਂ ਜੌਬ ਇਹਦੇ ਵਿੱਚ ਤੁਹਾਡੀ ਕੀ ਦੇਣੇ ਆ ਵਿੱਚ ਹਾਂਜੀ ਇਹ ਤਾਂ ਹੈ ਨਹੀਂ ਵੀ ਜੋ ਬਾਈਡਨ ਨੇ ਜਾ ਕੇ ਤਾਲਾ ਖੋਲ ਦਿੱਤਾ ਹੋਵੇ ਹਾਂਜੀ ਜੇ ਨਾ ਲੋਕੀ ਕੰਮ ਤੇ ਜਾਣ ਲੱਗ ਪਏ ਵੀ ਤੁਸੀਂ ਕੁਛ ਜੇ ਆਪ ਕੀਤਾ ਆ ਉਹਦੀ ਕ੍ਰੈਡਿਟ ਤੁਹਾਨੂੰ ਦੇ ਸਕਦੇ ਆ ਜੀ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਬਹੁਤ ਕਿ ਯੂਕਰੇਨ ਇੱਕ ਇਸ਼ੂ ਬਣ ਜਾਵੇ ਹਾਂਜੀ ਪੂਰੀ ਧੜ ਪੈਸੇ ਲਾਏ ਆ ਕੀਤਾ ਪਰ ਉਹ ਯੂਕਰੇਨ ਦੀ ਹੁਣ ਗੱਲ ਇਹਨਾਂ ਦੇ ਉਲਟ ਪੈ ਗਈ ਹਾਂਜੀ ਮਤਲਬ ਕਹਿੰਦੇ ਹੁੰਦੇ ਨਾ ਲੱਲੂ ਕਰੇ ਬਲਾਲੀਆਂ ਰੱਬ ਸਿੱਧੀਆਂ ਪਾਵੇ ਕਈਆਂ ਦੀਆਂ ਸਿੱਧੀਆਂ ਪੈ ਜਾਂਦੀਆਂ ਕਈਆਂ ਦੀਆਂ ਪੁੱਠੀਆਂ ਹੀ ਪੈ ਜਾਂਦੀਆਂ ਹਾਂਜੀ ਬਿਲਕੁਲ ਸਹੀ ਇਹ ਲੱਲੂ ਕਰੇ ਬਲਾਲੀਆਂ ਰੱਬ ਪੁੱਠੀਆਂ ਪਾਵੇ ਤਾਂ ਇਹਨਾਂ ਦੇ ਉਹ ਕਹਿੰਦੇ ਅਮਰੀਕਨ ਲੋਕਾਂ ਦਾ ਸਰਵੇ ਆ ਉਹ ਕਹਿੰਦੇ ਕਿ ਜਿਹੜੇ ਸੈਂਕਸ਼ਨਜ਼ ਆ ਉਹ ਰਸ਼ੀਆ ਤੇ ਘੱਟ ਕੰਮ ਕਰਦੇ ਸਾਡੇ ਤੇ ਜ਼ਿਆਦਾ ਕੰਮ ਕਰਦੇ ਹਾਂਜੀ ਉਹਨਾਂ ਤੇ ਜ਼ਿਆਦਾ ਅਸਰ ਹੋਇਆ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੀ ਤੁਸੀਂ ਆ ਬੋਲਿਆ ਵੀ ਹੈਗਾ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਰੇਕ ਦੀ ਕਿਸਮਤ ਦੇ ਵਿੱਚ ਨਹੀਂ ਇਹ ਹੁੰਦਾ ਹੈਗਾ ਬਾਈਡਨ ਸਾਹਿਬ ਤਾਂ ਜਦੋਂ ਵੀ ਕੋਈ ਰਿਪੋਰਟ ਆਉਂਦੀ ਹੈ ਕਿ ਵੈਸੇ ਉਹ ਫਰਸਟ੍ਰੇਟਡ ਤਾਂ ਹੋਣੇ ਤਾਂ ਹੀ ਕਰਕੇ ਉਹਨਾਂ ਨੇ ਪੱਤਰਕਾਰਾਂ ਤੇ ਆਪਣਾ ਨਜ਼ਲਾ ਚਾੜਿਆ ਦੇਖੋ ਹੁਣ ਇੰਟਰਨੈਸ਼ਨਲ ਆਹ ਇਸ਼ੂ ਸੀਗੀ ਜੇ ਅਮਰੀਕਾ ਦਾ ਸਮਿਟ ਇਹਨਾਂ ਨੇ ਪਹਿਲੀ ਤਾਂ ਗੱਲ ਆਪ ਵੀ ਗਲਤੀਆਂ ਆਪ ਵੀ ਕਰਦੇ ਆ ਵੀ ਕੀ ਵੱਡੀ ਗੱਲ ਹੈ ਤੁਸੀਂ ਕਿਊਬਾ ਨੂੰ ਨਿਕਰਾਗੁਆ ਨੂੰ ਵੈਨਜ਼ੂਏਲਾ ਨੂੰ ਸੱਦ ਲਓ ਹਾਂਜੀ ਬਾਕੀ ਮੁਲਕ ਵੀ ਸੱਦੇ ਹੀ ਆ ਜੀ ਜੀ ਤੇ ਇਹਦੇ ਬਦਲੇ ਮੈਕਸੀਕੋ ਵਾਲੇ ਜਿਹੜੇ ਤੁਹਾਡੇ ਗੁਆਂਢ 'ਚ ਬੈਠੇ ਆ ਉਹਨਾਂ ਨੂੰ ਤੁਸੀਂ ਰੋਹ ਪਾਉਂਦੇ ਰਹਿੰਦੇ ਆ ਵੀ ਅਸੀਂ ਤੁਹਾਡੇ ਜੀ ਇਕਨੋਮੀ ਤਬਾਹ ਕਰ ਦਿਆਂਗੇ ਤੁਹਾਡੇ ਬੰਦੇ ਰੋਕ ਦੇਵਾਂਗੇ ਉਹ ਕਹਿੰਦੇ ਜਾ ਨੱਠ ਜਾ ਮੈਂ ਨਹੀਂ ਆਉਣਾ ਹਾਂਜੀ ਨਾਲੇ ਹਾਲਾਂਕਿ ਉਹਨਾਂ ਦੇ ਗੁਆਂਢ ਸੀ LA 'ਚ ਸੀ ਵੈਸੇ ਸਮਿਟ ਹਾਂਜੀ LA ਤੋਂ ਬਹੁਤੀ ਦੂਰ ਨਹੀਂ ਹੈ ਮੈਕਸੀਕੋ ਜੀ ਤੇ ਇਹ ਮਤਲਬ ਇੱਕ ਚਪੇੜ ਮਾਰੀ ਉਹਨਾਂ ਨੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਵੀ ਮੈਂ ਨਹੀਂ ਆਉਣਾ ਜੇ ਤੁਸੀਂ ਸਾਰੇ ਅਮਰੀਕਾ ਦੇ ਮੈਂਬਰਸ ਨੂੰ ਨਹੀਂ ਸੱਦੇ ਹਾਂਜੀ ਤੇ ਚਲੋ ਸਾਡੇ ਬੰਦੇ ਦੇ ਵਿੱਚ ਅਣਖ ਹੁੰਦੀ ਤਾਂ ਇਹ ਵੀ ਨਾ ਜਾਂਦਾ ਇੱਥੋਂ ਇਹ ਨੱਠੇ ਗਏ ਇੱਥੋਂ ਤੇ ਹੁਣ ਮੇਰਾ ਖਿਆਲ ਕਹਾਣੀ ਦਾ ਸਮਾਂ ਹੋ ਚੱਲਿਆ ਹਾਂਜੀ ਡਾਕਟਰ ਸਾਹਿਬ ਅੱਜ ਫਰਾਈਡੇ ਦਾ ਦਿਨ ਹੈ ਤੇ ਫਰਾਈਡੇ ਵਾਲੇ ਦਿਨ ਤੁਸੀਂ ਸਾਨੂੰ ਹਮੇਸ਼ਾ ਕਹਾਣੀ ਸੁਣਾਉਂਦੇ ਹੋ ਹੁਣ ਹੋ ਚੁੱਕਿਆ ਜੀ ਕਹਾਣੀ ਦਾ ਸਮਾਂ ਤੇ ਡਾਕਟਰ ਸਾਹਿਬ ਸਾਨੂੰ ਕਹਾਣੀ ਸੁਣਾਓ ਜੀ ਅਸੀਂ ਕੁਝ ਦਿਨਾਂ ਤੋਂ ਗੱਲ ਕਰਦੇ ਆਏ ਸੀ ਕਿ ਕੋਈ ਵੀ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਲੈਂਦਾ ਹਾਂਜੀ ਇਹ ਅੱਜ ਦੀ ਗੱਲ ਨਹੀਂ ਇਹ ਸ਼ਾਇਦ ਇਨਸਾਨ ਦੀ ਫਿਤਰਤ ਹੀ ਹੈ ਹਾਂਜੀ ਬਿਲਕੁਲ ਕਿ ਆਪਣੇ ਸਿਰ ਤੁਸੀਂ ਖਾਸ ਤੌਰ ਤੇ ਕਿਸੇ ਨੂੰ ਫੜ ਲਓ ਨਾ ਜਿੱਦਾਂ ਬੱਚੇ ਹੁੰਦੇ ਸੀ ਸਾਨੂੰ ਪੁੱਛਦੇ ਹੁੰਦੇ ਸੀ ਵੀ ਆ ਤੁਸੀਂ ਭਾਂਡਾ ਕਿਵੇਂ ਭੰਨਿਆ ਹਾਂਜੀ ਅਸੀਂ ਕਹਿੰਦੇ ਸੀ ਸਾਨੂੰ ਪਤਾ ਹੀ ਨਹੀਂ ਹਾਂਜੀ ਹਾਲਾਂਕਿ ਭਾਵੇਂ ਪੇਰੈਂਟਸ ਨੇ ਦੇਖਿਆ ਹੋਵੇ ਵੀ ਇਹਨੇ ਖੜੇ ਨੇ ਮਰਦਵਾਨ ਤੋੜਿਆ ਹਾਂਜੀ ਇਹ ਮੇਰੇ ਖਿਆਲ ਛੋਟੇ ਹੁੰਦੇ ਸਾਨੂੰ ਆਉਂਦੇ ਜੇ ਅਸੀਂ ਰਿਸਪੌਂਸਿਬਿਲਿਟੀ ਲੈ ਲਈ ਤਾਂ ਸਾਡੇ ਡਾਂਗ ਫਿਰਨੀ ਹੈ ਹਾਂਜੀ ਤੇ ਹੁਣ ਵੱਡਿਆਂ ਦੀ ਤਾਂ ਡਾਂਗ ਨਹੀਂ ਫਿਰਨੀ ਹੁੰਦੀ ਜੀ ਪਰ ਇਹਦੇ ਵਿੱਚ ਇਟ ਟੇਕਸ ਗਟਸ ਕਿਸੇ ਨੂੰ ਇਹ ਕਹਿਣਾ ਕਿ ਮੇਰੀ ਜ਼ਿੰਮੇਵਾਰੀ ਮੈਂ ਇਹ ਲਈ ਜ਼ਿੰਮੇਵਾਰ ਆ ਮੈਂ ਇੱਕ ਵੱਡਾ ਅਫਸਰ ਆ ਮੈਂ ਇਹਦੀ ਰਿਸਪੌਂਸਿਬਿਲਿਟੀ ਲੈਣਾ ਜੀ ਤੇ ਇਸ ਕਿਸਮ ਦੀ ਕਹਾਣੀ ਆ ਕਿ ਇੱਕ ਪੁਰਾਣੀ ਰਿਆਸਤ ਦਾ ਰਾਜਾ ਹੁੰਦਾ ਸੀ ਰਾਜਿਆਂ ਦੀਆਂ ਅਕਸਰ ਲੜਾਈਆਂ ਹੁੰਦੀਆਂ ਸੀ ਤੋਂ ਲੜਾਈ ਲੜੀ ਤਾਂ ਲੜਾਈ ਹਾਰ ਗਏ ਹੁਣ ਲੜਾਈ ਹਾਰ ਗਏ ਉਹ ਤੋਂ ਟੋਲਰੇਟ ਨਹੀਂ ਹੁੰਦੀ ਸਹਿਣ ਨਹੀਂ ਹੁੰਦੀ ਉਹਦੇ ਹਾਰ ਜਿਹੜੀ ਹੋਈ ਹੈ ਹਾਰ ਬੜੀ ਮੁਸ਼ਕਲ ਹੈ ਕਹਿੰਦੇ ਹੁੰਦੇ ਕਿ ਨਹੀਂ ਹਾਰ ਨੂੰ ਸਹਿਣ ਕਰਨਾ ਹੁੰਦਾ ਮੁਸ਼ਕਲ ਹੈ ਡਾਕਟਰ ਸਾਹਿਬ ਇੱਕ ਮੁਸ਼ਕਲ ਹੈ ਤੇ ਦੂਸਰਾ ਹਾਰ ਨੂੰ ਕੋਈ ਐਕਸੈਪਟ ਨਹੀਂ ਕਰਦਾ ਹਾਂਜੀ ਜਿੱਤ ਦੀਆਂ ਤਾਂ ਹਜ਼ਾਰ ਮਾਵਾਂ ਹੁੰਦੀਆਂ ਹਾਂਜੀ ਜਦੋਂ ਤੁਸੀਂ ਜਿੱਤ ਜਾਂਦੇ ਹਰੇਕ ਹੀ ਕਹਿੰਦਾ ਮੇਰਾ ਕਰਕੇ ਜਿੱਤੇ ਆ ਸਾਰਾ ਕ੍ਰੈਡਿਟ ਹਾਰ ਕਰਕੇ ਕੋਈ ਨਹੀਂ ਕਹਿੰਦਾ ਵੀ ਮੇਰਾ ਕਰਕੇ ਹਾਰੇ ਆ ਹਾਰ ਦਾ ਤਾਂ ਫਿਰ ਇਹ ਹੁੰਦਾ ਨਾ ਵੀ ਮੇਰੇ ਕਰਕੇ ਨਹੀਂ ਹਾਰੇ ਦੂਜਿਆਂ ਤੇ ਆਪਾਂ ਉਂਗਲ ਚੁੱਕ ਲੈਂਦੇ ਆ ਤੇ ਜਦੋਂ ਜਿੱਤ ਹੁੰਦੀ ਉਦੋਂ ਲੱਗਦਾ ਕਿ ਸਾਰਾ ਕੁਝ ਜੋ ਕੀਤਾ ਮੈਂ ਹੀ ਕੀਤਾ ਸੀ ਹਾਰ ਕਹਿੰਦੇ ਹੁੰਦੇ ਜਿੱਤੀ ਮੈਂ ਹਾਂਜੀ ਤੇ ਉਹਨਾਂ ਨੇ ਫਿਰ ਦਰਬਾਰ ਲਾ ਲਿਆ
ਕਹਿੰਦੇ ਵੀ ਚਲੋ ਤਲਬ ਕਰੋ ਸਾਰਿਆਂ ਨੂੰ, ਇਹ ਬੰਦੇ ਅਸੀਂ ਹਾਰ ਕਿੱਦਾਂ ਗਏ। ਦਰਬਾਰੀ ਆ ਕੇ ਬਹਿ ਗਏ, ਮਹਾਰਾਜ ਸਾਹਿਬ ਬਹਿ ਗਏ। ਸਭ ਤੋਂ ਪਹਿਲਾਂ ਹੁਣ ਸੈਨਾਪਤੀ ਨੇ ਆਉਣਾ ਸੀ, ਜਿਹੜਾ ਉਹਨਾਂ ਦਾ ਕਮਾਂਡਰ ਇਨ ਚੀਫ ਹੈ। ਉਹ ਪੁੱਛਦੇ ਵੀ, ਉਹ ਆਪਣੇ ਕਮਾਂਡਰਾਂ ਨੂੰ ਵੀ ਨਾਲ ਲੈ ਆਇਆ ਤੇ ਰਾਜਾ ਪੁੱਛਦਾ ਕਿ ਭਾਈ ਤੁਹਾਨੂੰ ਜਿੰਨੇ ਪੈਸੇ 35% ਬਜਟ ਆ ਸਾਡਾ ਡਿਫੈਂਸ ਦਾ, ਜੋ ਵੀ ਕਹਿੰਦੇ ਆ ਉਹ ਅਸੀਂ ਦੇਈ ਜਾਂਦੇ ਹਾਂ। ਇੰਨੇ ਹਾਥੀ ਚਾਹੀਦੇ, ਇੰਨੇ ਘੋੜੇ ਚਾਹੀਦੇ, ਇੰਨੇ ਆਹ ਚਾਹੀਦੇ, ਟ੍ਰੇਨਿੰਗ ਲਈ ਬੰਦੇ ਦਿੱਤੇ ਆ। ਹਰ ਫੇਰ ਗਏ ਅਸੀਂ। ਹਾਂਜੀ, ਕੀ ਹੋਇਆ? ਹੁਣ ਸੈਨਾਪਤੀ ਨੇ ਥੋੜਾ ਮੰਨਣਾ ਵੀ ਮੇਰੀ ਗਲਤੀ ਹੈ। ਚੀਫ ਤਾਂ ਉਹ ਸੀ। ਹਾਂਜੀ, ਆਨਸਰੇਬਲ ਤਾਂ ਉਹੀ ਸੀ। ਆਨਸਰੇਬਲ ਉਹ ਕਹਿੰਦਾ ਮਹਾਰਾਜ ਤੁਸੀਂ ਨੋਟਿਸ ਨਹੀਂ ਕੀਤਾ ਹੋਣਾ, ਮੈਂ ਪਰੇ ਖੜਾ ਦੇਖਦਾ ਸੀ, ਨਾਲ ਹੀ ਸੀ ਫੌਜਾਂ ਦੇ। ਫੌਜਾਂ ਲੜਦੀਆਂ ਤਾਂ ਜ਼ਰੂਰ ਹੈ ਹਥਿਆਰਾਂ ਨਾਲ, ਪਰ ਇਹਨਾਂ ਦਾ ਮਨੋਬਲ ਹੁੰਦਾ ਇੱਕ, ਮਨ ਜੀਤੇ ਜਗ ਜੀਤ ਜੀ। ਉਹਨਾਂ ਦਾ ਮਨੋਬਲ ਹਿੱਲ ਗਿਆ ਇੱਕ ਵਾਰੀ। ਤੁਹਾਡਾ ਰੱਥ 'ਚ ਜਿਹੜੇ ਤੁਸੀਂ ਜਾ ਰਹੇ ਸੀ, ਰੱਥ ਹਿੱਲ ਗਿਆ ਤੁਹਾਡਾ। ਇਹਨਾਂ ਨੂੰ ਲੱਗਾ ਕਿ ਰਾਜੇ ਨੂੰ ਕੁਝ ਹੋ ਗਿਆ ਉੱਥੇ, ਤੇ ਰਾਜੇ ਵੱਲ ਦੇਖ ਕੇ ਹੀ ਤਾਂ ਲੜਦੇ ਆ ਇਹ। ਇਹਨਾਂ ਦਾ ਮਨੋਬਲ ਇੱਕਦਮ ਨੀਵਾਂ ਹੋ ਗਿਆ। ਇਹਨਾਂ 'ਚ ਭਗਦੜ ਮਚ ਗਈ ਤੇ ਇਹਨਾਂ 'ਚ ਭਗਦੜ ਮਾਰੀ, ਦੂਜਿਆਂ ਨੇ ਆ ਕੇ ਸਾਡੇ ਤੇ ਹਮਲਾ ਕਰਤਾ। ਹਾਂਜੀ, ਇਸ ਕਰਕੇ ਹਾਰ ਗਏ। ਕਹਿੰਦਾ ਰੱਥ ਦੇ ਹਿੱਲਣ ਨਾ ਕਰ ਹਰੇ ਅਸੀਂ, ਮਤਲਬ ਕਿ ਰੱਥ ਤੇ ਇਲਜ਼ਾਮ ਦੇਤਾ ਉਹਨੇ, ਰੱਥ ਤੇ ਇਲਜ਼ਾਮ ਦਿੱਤਾ। ਅੱਛਾ, ਉਹ ਕਹਿੰਦੇ ਆਪਣੇ ਗਲੋਂ ਗੁਲਾਮਾਂ ਲਾਤਾ ਉਹਨੇ। ਹਾਂਜੀ, ਚਲੋ ਫਿਰ ਤੁਸੀਂ ਫਿਰ ਰੱਥ ਦੀ ਕਿਹਨੂੰ ਜ਼ਿੰਮੇਵਾਰੀ ਦਿੰਦੇ ਹੋ? ਉਹ ਕਹਿੰਦੇ ਰੱਥ ਦੀ ਜ਼ਿੰਮੇਵਾਰੀ ਜਿਹੜਾ ਬੰਦਾ ਰੱਥ ਚਲਾਉਂਦਾ ਸੀ, ਹਾਂਜੀ, ਇਹਨੂੰ ਪੁੱਛੋ ਵੀ ਰੱਥ ਹਿੱਲਿਆ ਕਿਉਂ ਜੀ। ਉਹਨਾਂ ਨੇ ਰੱਥ ਚਾਲਕ ਨੂੰ ਸੱਦ ਲਿਆ। ਰੱਥ ਚਾਲਕ ਨੂੰ ਕਹਿੰਦੇ ਵੀ ਤੂੰ ਭਾਈ ਚਲਾਉਣਾ ਕਿੱਦਾਂ ਹੈ? ਜਿਹੜੀਆਂ ਸਾਡੀਆਂ ਫੌਜਾਂ ਦਾ ਮਨੋਬਲ ਜਾਂਦਾ ਲੱਗਾ, ਕਿਉਂਕਿ ਰੱਥ ਹਿੱਲ ਗਿਆ। ਸੈਨਾਪਤੀ ਕਹਿੰਦਾ ਰੱਥ ਹਿੱਲ ਗਿਆ, ਤੂੰ ਚਲਾ ਕਿੱਦਾਂ ਰਿਹਾ ਸੀ? ਉਹ ਕਹਿੰਦਾ ਮਹਾਰਾਜ ਅੱਜ ਦਾ ਥੋੜ੍ਹਾ ਮੈਂ ਰੱਥ ਚਲਾਉਣਾ ਹੈ, ਪਹਿਲਾਂ 8 ਘੋੜੇ ਮੋਹਰੇ ਹੁੰਦੇ ਸੀ ਤਾਂ ਹੁਣ 12 ਜੋੜਦਾ। ਤਾਂ ਇਹ ਵੀ ਅਰਬੀ ਘੋੜੇ ਆ, ਇਹ ਬੜੇ ਵਧੀਆ ਘੋੜੇ ਆ, ਬੜੀ ਟ੍ਰੇਨਿੰਗ ਦਿੱਤੀ ਹੈ ਇਹਨਾਂ ਨੂੰ। ਤੁਸੀਂ ਮੇਰੇ ਨਾਲ ਬੰਦਾ ਭੇਜ ਦਿਓ ਤਾਂ ਛੰਨਾ ਪਾਣੀ ਦਾ ਭਰ ਕੇ ਰੱਖ ਦਿਓ ਰੱਥ ਦੇ ਵਿੱਚ। ਮੈਂ ਜਦੋਂ ਚਲਾਉਂਗਾ ਤਾਂ ਪਾਣੀ ਦਾ ਤਬਕਾ ਨਹੀਂ ਡੁੱਲੂ। ਇੰਨਾ ਟ੍ਰੇਨਡ ਆ ਉਹ ਆਪਣੇ, ਇੰਨਾ ਮੈਂ ਟ੍ਰੇਨਡ ਬੰਦਾ ਆ। ਤੁਸੀਂ ਨਹੀਂ ਤਾਂ ਨਾਲ ਜਸੂਸ ਭੇਜ ਕੇ ਦੇਖ ਲਓ। ਉਹ ਕਹਿੰਦੇ ਵੀ ਗੱਲ ਚਲੋ ਠੀਕ ਹੈ, ਤੂੰ ਰੱਥ ਚਾਲਕ ਵਧੀਆ ਆ, ਪਰ ਹੋ ਕੀ ਸਕਦਾ ਜਿਹੜਾ ਰੱਥ ਹਿੱਲ ਗਿਆ? ਕਹਿੰਦਾ ਜੀ ਦੇਖੋ, ਹੁਣ ਮਾੜੀ ਲੱਕੜੀ ਦਾ ਬਣਿਆ ਹੋਵੇ ਤਾਂ ਚੀਜ਼ ਨੇ ਹਿੱਲਣਾ ਹੀ ਆ। ਮਾੜੀ ਲੱਕੜੀ ਦੀ ਚੀਜ਼ ਇੱਧਰ ਉੱਧਰ ਜਾਂਦੀ ਆ। ਉਹ ਰਾਜਾ ਕਹਿੰਦਾ ਠੀਕ ਹੈ, ਚਲੋ ਜੇ ਲੱਕੜੀ ਕਿਹਨੇ ਦਿੱਤੀ? ਉਹ ਕਹਿੰਦੇ ਲੱਕੜੀ ਇੱਕ ਵਪਾਰੀ ਨੇ ਦਿੱਤੀ ਸਾਨੂੰ। ਵਪਾਰੀ ਨੂੰ ਤਲਬ ਕਰ ਲਿਆ। ਉਹ ਵਪਾਰੀ ਆਇਆ, ਹੁਣ ਉਹ ਰੱਥ ਵਾਲਾ ਵੀ ਨਿਕਲ ਗਿਆ, ਵਪਾਰੀ ਫਸ ਗਿਆ। ਹਾਂਜੀ, ਉਹਨੂੰ ਕਹਿੰਦੇ ਭਾਈ ਤੂੰ ਸਾਨੂੰ ਮਾੜੀ ਲੱਕੜੀ ਦੇਤੀ, ਸਪਲਾਈ ਕਰਤੀ। ਉਹ ਕਹਿੰਦਾ ਜੀ ਮੇਰੀ ਹਿੰਮਤ ਹੈ, ਮੈਂ ਤੁਹਾਨੂੰ ਮਾੜੀ ਲੱਕੜੀ ਸਪਲਾਈ ਕਰ ਦਵਾਂ। ਅਸੀਂ ਤਾਂ ਜੁਗਾਂ ਤੋਂ, ਸਾਨੂੰ ਪਤਾ ਨਹੀਂ ਕਿਹੜੇ ਪੁਸ਼ਤਾਂ ਤੋਂ ਲੱਗੇ ਹੋਏ ਆ, ਸਾਰੀ ਉਮਰ ਹੋ ਗਈ ਆ, ਅਸੀਂ ਨਮਕ ਹਲਾਲੀ ਕਰਦੇ ਹਾਂ ਤੁਹਾਡੀ। ਜੇ ਤੁਸੀਂ ਮੇਰੇ ਨਾਲ ਬੰਦੇ ਭੇਜੋ, ਜੰਗਲ ਦੇ ਵਿੱਚ ਜਿਹੜੇ ਦਰਖਤ ਕੱਟੇ ਆ ਉਹ ਉਹਨਾਂ ਦੀਆਂ ਜੜ੍ਹਾਂ ਅਜੇ ਵੀ ਖੜੀਆਂ ਆ। ਇਹ ਓਕ ਟਰੀ ਸੀ ਜੀ, ਤੇ ਹਜ਼ਾਰ ਸਾਲ ਪੁਰਾਣੇ ਸੀ। ਇਹ ਬੜੇ ਸਖਤ ਦਰਖਤ ਸੀ, ਔਰ ਮੇਰਾ ਤਾਂ ਆਰਾ ਟੁੱਟ ਗਿਆ ਉੱਥੇ ਇਹਨਾਂ ਨੂੰ ਚੀਰਦਿਆਂ ਨੂੰ। ਲੋਹਾ ਟੁੱਟ ਸਕਦਾ, ਮੇਰੀ ਲੱਕੜੀ ਨਹੀਂ ਟੁੱਟ ਸਕਦੀ। ਉਹ ਵੀ ਪੂਰਾ ਕੌਨਫੀਡੈਂਸ। ਅੱਛਾ, ਕਹਿੰਦੇ ਵੀ ਇਹ ਤਾਂ ਗੱਲ ਤਾਂ ਬੜਾ ਪੂਰੇ ਜ਼ੋਰ ਸ਼ੋਰ ਨਾਲ ਗੱਲ ਕਰ ਰਿਹਾ ਵੀ ਇਦਾਂ ਦੀ ਗੱਲ ਹੋ ਹੀ ਨਹੀਂ ਸਕਦੀ। ਕਹਿੰਦੇ ਫਿਰ ਜੇ ਹੋਇਆ ਹੀ ਨਹੀਂ, ਇਹ ਲੱਕੜੀ ਚੰਗੀ ਸੀ, ਤੇ ਫਿਰ ਰੱਥ ਕਿੱਦਾਂ ਹਿੱਲ ਗਿਆ? ਆਹ ਇਸ਼ੂ ਤਾਂ ਇਹ ਆ। ਹਾਂਜੀ, ਸਭ ਤੋਂ ਵੱਡਾ ਸਵਾਲ ਹੀ ਇਹ ਆ। ਤੇ ਉਹ ਕਹਿੰਦਾ ਜੀ ਰੱਥ ਮੈਂ ਥੋੜਾ ਬਣਾਇਆ, ਰੱਥ ਤਰਖਾਣ ਨੇ ਬਣਾਇਆ। ਤਰਖਾਣ ਤੇ ਇਲਜ਼ਾਮ ਆ ਗਿਆ। ਇਹ ਬਣਾਉਣ ਵਾਲੇ ਨੂੰ ਪੁੱਛੋ। ਚਲੋ ਬਈ ਤਰਖਾਣ ਨੂੰ ਲੈ ਕੇ ਆਓ। ਉਹ ਆਇਆ ਦਰਬਾਰ ਦੇ ਵਿੱਚ, ਮਹਾਰਾਜ ਸਾਹਿਬ ਨੇ ਉਹੀ ਸਵਾਲ ਫੇਕ ਉਹਨੂੰ ਪੁੱਛਦਾ। ਤਰਖਾਣ ਕਹਿੰਦਾ ਜੀ ਦੇਖੋ, ਅਸੀਂ ਸਾਰਾ ਪਰਿਵਾਰ ਜਿਹੜੇ ਇੰਨੇ ਕਾਰੀਗਰ ਆ, ਤੁਸੀਂ ਜਿਸ ਸਿੰਘਾਸਨ ਤੇ ਬੈਠੇ ਵੀ ਅਸੀਂ ਬਣਾਇਆ। ਜਿਹੜੀ ਵੀ ਚੀਜ਼ ਦੇਖੋ ਇੱਥੇ ਆਲੇ ਦੁਆਲੇ ਅਸੀਂ ਬਣਾਈ ਹੈ। ਸਾਡੇ ਤਾਂ ਪੁਸ਼ਤਾਂ ਨੂੰ ਪੁੱਛਦੇ ਰਹੇ ਆ ਦੂਸਰੇ ਰਾਜੇ ਵੀ ਸਾਡੇ ਨਾਲ ਕੰਮ ਕਰੋ, ਪਰ ਉਹਨਾਂ ਨੇ ਕਿਹਾ ਨਹੀਂ, ਰਾਜਾ ਸਾਹਿਬ ਦੇ ਅਸੀਂ ਤਾਂ ਨਮਕ ਹਲਾ ਲਿਆ, ਤੁਹਾਡੇ ਨਾਲ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ। ਹਰ ਬੰਦੇ ਤੋਂ ਪੁੱਛ ਲਓ, ਜਿਹੜੀ ਅਸੀਂ ਚੀਜ਼ ਬਣਾਈ ਹੋਵੇ, ਮੈਂ ਬਣਾਈ ਹੋਵੇ,
ਉਹ ਕਾਰੀਗਰੀ ਪੂਰੀ ਕੀਤੀ ਆ। ਉਹਨਾਂ ਨੇ ਆਪਣੀ ਵਫਾਦਾਰੀ ਦਾ ਦੱਸਤਾ ਉਹਨਾਂ ਨੂੰ ਵਫਾਦਾਰੀ ਦਾ ਤਾਂ ਇਹ ਵੀ ਦੱਸਤਾ ਕਿ ਮੈਂ ਮਾੜੀ ਚੀਜ਼ ਨਹੀਂ ਬਣਾ ਸਕਦਾ। ਹਾਂਜੀ। ਤੇ ਨਾ ਹੀ ਹੈ ਮਾੜੀ ਕੋਈ ਚੀਜ਼। ਉਹ ਕਹਿੰਦੇ ਵੀ ਚਲੋ ਤੁਸੀਂ ਕਾਰੀਗਰੀ ਏਦਾਂ ਕੀਤੀ ਆ, ਲੱਕੜ ਵਧੀਆ ਸੀ, ਤੇ ਫਿਰ ਰੱਥ ਹਿੱਲਿਆ ਕਿਉਂ ਆ? ਸਵਾਲ ਤਾਂ ਇਹ ਆ। ਹਾਂਜੀ। ਉਹ ਕਹਿੰਦਾ ਜੀ ਹੁਣ ਲਹਾਰ ਕੱਸਦਾ ਰਸ ਨੂੰ, ਰੱਥ ਤਾਂ ਹਿੱਲਿਆ ਹੋਣਾ ਪਹੀਆਂ ਦਾ ਕਰਕੇ, ਪਹੀਏ ਕੱਸਣ ਨਾਲ ਤਾਂ ਲਹਾਰ ਆ। ਹਾਂਜੀ। ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ, ਮੈਂ ਤਾਂ ਬਣਾਉਣ ਵਾਲਾ ਆ। ਉਹ ਕਹਿੰਦੇ ਗਲਤ ਤੇ ਠੀਕ ਆ। ਉਹਨਾਂ ਨੇ ਸੂਈਆਂ ਨੂੰ ਭੇਜਤਾ ਵੀ ਜਾ ਵੀ ਲਹਾਰ ਨੂੰ ਫੜ ਕੇ ਲਿਆਓ। ਉਹਨਾਂ ਨੇ ਸੂਈਆਂ ਨੇ ਜਾ ਕੇ ਉਹਨੂੰ ਫੜ ਲਿਆਂਦਾ। ਰਾਹ ਦੇ ਵਿੱਚ ਉਹਨੂੰ ਦੱਸਿਆ ਵੀ ਭਾਈ ਦੇਖ ਲਾ ਤੇਰੀ ਪਹਿਲਾਂ ਆਹ ਬੰਦੇ ਆ ਹਟੇ ਆ, ਤੇ ਅਖੀਰਲਾ ਤੂੰ ਹੀ ਲੱਗਦਾ ਮੈਨੂੰ ਵੀ ਹੁਣ ਤਾਂ ਇਦੋਂ ਬਾਅਦ ਕੋਈ ਹੈ ਹੀ ਨਹੀਂ ਵੀ ਜਿਹਨੂੰ ਤੂੰ ਕਹਿ ਦਵੇਂ ਵੀ ਤੂੰ ਇਹ ਤਾਂ ਕਹਿ ਨਹੀਂ ਸਕਦਾ ਵੀ ਹਵਾ ਜ਼ਿਆਦੀ ਆ ਗਈ ਤਾਂ ਰੱਥ ਹਿੱਲ ਗਿਆ। ਉਹ ਲਹਾਰ ਨੇ ਵੀ ਸੋਚਿਆ ਵੀ ਇਹ ਚੋਂ ਨਿਕਲਣਾ ਤਾਂ ਬੜਾ ਮੁਸ਼ਕਲ ਹੈ, ਕਿਉਂਕਿ ਸਾਰਿਆਂ ਨੇ ਭਾਂਡਾ ਮੇਰੇ ਸਿਰ ਭੰਨਤਾ। ਹਾਂਜੀ। ਵੀ ਜੇ ਇੱਕ ਲੜਾਈ ਤੁਸੀਂ ਹਾਰੀ ਆ ਤਾਂ ਇੱਕ ਲਹਾਰ ਦਾ ਕਰਕੇ ਹਾਰੀ ਆ, ਸਾਰਾ ਇਲਜ਼ਾਮ ਲਹਾਰ ਤੇ ਆ ਗਿਆ। ਤੇ ਉਹ ਫਿਰ ਆਇਆ, ਉਹਨੇ ਮੰਨ ਹੀ ਲਿਆ। ਉਹ ਕਹਿੰਦਾ ਵੀ ਮੈਨੂੰ ਫਾਂਸੀ ਲਾਉਣੀ ਹੋਣੀ ਇਹਨਾਂ ਨੇ। ਉਹ ਰਾਜੇ ਨੂੰ ਕਹਿੰਦਾ, ਸਾਰੇ ਖੜੇ ਉੱਥੇ ਸਿਪਾਹ ਸਲਾਹ, ਕਮਾਂਡਰ ਇਨ ਚੀਫ, ਕਮਾਂਡਰਸ ਖੜੇ ਆ ਬਾਕੀ ਦੇ। ਉਹ ਕਹਿੰਦਾ ਰਾਜਾ ਸਾਹਿਬ ਵੀ ਮੈਂ ਮੰਨਦਾ ਚਲੋ ਮੇਰਾ ਕਸੂਰ ਹੋ ਸਕਦਾ, ਮੇਰੀ ਜਿਹੜੀ ਕੱਸੇ ਪਹੀਏ ਆ ਹਿੱਲ ਸਕਦੇ ਆ। ਜੇ ਤੁਸੀਂ ਕਹਿੰਦੇ ਆ ਮੈਂ ਕੌਣ ਹੁੰਦਾ ਸਵਾਲ ਕਰਨ ਵਾਲਾ? ਬਾਦਸ਼ਾਹ ਸਲਾਮਤ, ਤੁਸੀਂ ਅਕਲ ਵਾਲੇ ਬੰਦੇ ਆ, ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ, ਨਿਮਾਣੇ ਜਿਹੇ ਬੰਦੇ ਆ। ਤੁਸੀਂ ਕਹਿੰਦੇ ਤੁਸੀਂ ਠੀਕ ਹੀ ਹੋਣੇ ਆ। ਅੱਛਾ, ਫਿਰ ਇੱਕ ਫਾਂਸੀ ਲਾਉਣ ਤੋਂ ਪਹਿਲਾਂ ਕਹਿੰਦੇ ਇੱਕ ਖਾਸ਼ ਮੇਰੀ ਹੈਗੀ ਆ, ਆਖਰੀ ਖੁਆਇਸ਼ ਤਾਂ ਸਭ ਦੀ ਪੂਰੀ ਹੁੰਦੀ ਹੈ। ਉਹ ਕਹਿੰਦੇ ਹਾਂ ਚੱਲ ਦੱਸ ਕੀ ਖਾਸ਼ ਹੈ। ਉਹ ਕਹਿੰਦਾ ਅੱਜ ਤੋਂ ਪਹਿਲਾਂ 10 ਲੜਾਈਆਂ ਲੜੀਆਂ ਸੀ ਤੇ 10 ਹੀ ਜਿੱਤੇ ਆ। ਜਿਹੜੀ ਲੜਾਈ ਜਿੱਤੇ ਆ ਉਦੋਂ ਤੁਸੀਂ ਆਪਣੇ ਕਮਾਂਡਰਾਂ ਨੂੰ ਜਾਇਦਾਦ ਦਿੱਤੀਆਂ, ਇਹਨਾਂ ਨੂੰ ਹੀਰੇ ਜਵਾਹਰਾਤ ਦਿੱਤੇ ਆ, ਇਨਾਮ ਦਿੱਤਾ ਹੈ, ਆ ਫੀਤੀਆਂ ਲਾ ਕੇ ਖੜੇ ਆ। ਜੇ ਉਹ ਲੜਾਈਆਂ ਇਹਨਾਂ ਨੇ ਜਿੱਤੀਆਂ ਤੇ ਇਹ ਹਾਰਿਆ ਤਾਂ ਮੇਰੇ ਕਰਕੇ ਹਾਰੇ ਆ। ਤੁਸੀਂ ਇਹ ਕਹਿ ਦੋ ਵੀ ਉਹ ਲੜਾਈਆਂ ਵੀ ਮੇਰਾ ਕਰਕੇ ਹੀ ਜਿੱਤੇ ਆ, ਕਿਉਂਕਿ ਮੈਂ ਰੱਥ ਚੰਗੀ ਤਰ੍ਹਾਂ ਕੱਸਿਆ ਹੋਣਾ ਉਦੋਂ। ਹਾਂਜੀ। ਜਿਹੜਾ ਹਿੱਲਿਆ ਨਹੀਂ ਜੀ। ਜੇ ਰੱਥ ਦੇ ਹਿੱਲਣ ਨਾਲ ਹੀ ਤੁਸੀਂ ਲੜਾਈ ਹਾਰ ਗਏ ਆ, ਹੁਣ ਤਾਂ ਮੇਰੇ ਤੇ ਇਲਜ਼ਾਮ ਲਾਤਾ। ਤੇ ਲੜਾਈ ਜਦੋਂ ਰੱਥ ਕੱਸਿਆ ਸੀ ਜਿੱਤੇ ਆ ਤਾਂ ਉਹ ਵੀ ਮੈਂ ਹੀ ਜਿੱਤੀਆਂ। ਹਾਂਜੀ। ਤੁਸੀਂ ਇਹ ਕਹਿ ਦਿਓ ਦਰਬਾਰ ਦੇ ਵਿੱਚ ਕਿ ਇਹ ਲੋਹਾਰ ਨੇ ਲੜਾਈਆਂ ਜਿੱਤ ਕੇ ਦਿੱਤੀਆਂ, ਸਾਰੀਆਂ ਲੜਾਈਆਂ ਉਹਨੇ ਜਿਤਾਈਆਂ, ਤੇ ਹਾਰਿਆ ਵੀ ਮੇਰੇ ਕਰਕੇ ਹੀ ਆ। ਹਾਂਜੀ। ਕਹਿੰਦਾ ਇੰਨਾ ਕਹਿ ਦਿਓ ਮੇਰੀ ਨੂੰ ਫਾਂਸੀ ਦੇ ਦਿਓ। ਉਹ ਰਾਜਾ ਮੂੰਹ ਚ ਉਂਗਲਾਂ ਪਾ ਕੇ ਦੇਖੇ, ਸਾਰੇ ਦਰਬਾਰੀ ਦੇਖਣ ਵੀ ਇਹ ਗੱਲ ਤਾਂ ਹੋ ਨਹੀਂ ਸਕਦੀ ਵੀ ਇੱਕ ਰੱਥ ਦੇ ਹਿੱਲਣ ਦਾ ਕਰਕੇ ਅਸੀਂ ਹਾਰ ਗਏ। ਹਾਂਜੀ। ਜਦੋਂ ਰੱਥ ਜੇ ਕੱਸਿਆ ਸੀ ਤਾਂ ਉਦੋਂ ਜਿੱਤਦੇ ਰਹੇ ਆ ਅਸੀਂ, ਇਹਦੀ ਗੱਲ ਤਾਂ ਠੀਕ ਹੀ ਹੈ। ਹਾਂਜੀ। ਤੇ ਫਿਰ ਤਾਂ ਸਿਹਰਾ ਵੀ ਤਾਂ ਇਹਦੇ ਸਿਰ ਤੇ ਜਾਣਾ ਚਾਹੀਦਾ। ਹਾਂਜੀ। ਫੌਜਾਂ ਨੇ ਤਾਂ ਕੁਛ ਨਹੀਂ ਕੀਤਾ ਨਾ, ਰਾਥੇ ਨੇ ਵਧੀਆ ਕੱਸਿਆ ਕਰਕੇ ਜਿੱਤ ਗਏ। ਹਾਂਜੀ। ਉਹਨਾਂ ਨੇ ਫਿਰ ਉਹ ਕਹਿੰਦੇ ਵੀ ਭਾਈ ਤੇਰਾ ਕੋਈ ਕਸੂਰ ਨਹੀਂ, ਤੈਨੂੰ ਨਹੀਂ ਫਾਂਸੀ ਦਿੰਦੇ, ਜਾ। ਇਹਦੇ ਤੁਸੀਂ ਦੇਖੋ ਕਿ ਬੰਦੇ ਜਿਹੜਾ ਵੀ ਟੌਪ ਦਾ ਬੰਦਾ ਨਾ, ਉਹ ਥੱਲੇ ਵਾਲੇ ਤੇ ਕੋਸ਼ਿਸ਼ ਕਰਦਾ ਭਾਰ ਸਿੱਟਣ। ਹਾਂਜੀ। ਅੱਜ ਮੈਂ ਦੇਖਦਾ ਸੀ ਕਈ ਪੇਪਰਾਂ ਦੇ ਵਿੱਚ ਐਡੀਟੋਰੀਅਲ ਬੋਰਡ ਦੇ ਵਿੱਚ ਲਿਖਿਆ ਆ ਕਿ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਚਾਹੀਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਸੀ ਵੈਸੇ ਕਿ ਐਮਰਜੈਂਸੀ ਐਕਟ ਲਾਇਆ ਤੇ ਅਸੀਂ ਕੈਬਨਿਟ ਨੇ ਲਾਇਆ, ਮੈਂ ਲਾਇਆ। ਹਾਂਜੀ। ਕਹਿ ਦੇਣਾ ਚਾਹੀਦਾ ਸੀ। ਤੇ ਉਹ ਕਹਿੰਦੇ ਹੀ ਮਸਟ ਰਿਜ਼ਾਈਨ। ਹਾਂਜੀ। ਇਸ ਕਰਕੇ ਕਿ ਉਹਨੇ ਕੋਸ਼ਿਸ਼ ਕੀਤੀ ਕਿ ਪੁਲਿਸ ਫੋਰਸਿਸ ਤੇ ਵੀ ਚੁੱਪ ਕਰਕੇ ਬੈਠੇ ਰਹਿਣੇ। ਹਾਂਜੀ। ਇਹਨਾਂ ਨੇ ਬੋਲਣਾ ਹੀ ਨਹੀਂ ਨਾ ਜੀ। ਉਹ ਕਹਿੰਦਾ ਜਿਹੜੀ ਅਸੀਂ ਪੁਲਿਸ ਫੋਰਸਿਸ ਨੂੰ ਸੱਦਿਆ ਸੀ, ਉਹਨਾਂ ਤੋਂ ਸਾਨੂੰ ਏਦਾਂ ਲੱਗਾ ਕਿ ਇਹ ਚਾਹੁੰਦੇ ਆ ਕਿ ਐਮਰਜੈਂਸੀ ਐਕਟ ਲਾ ਦਈਏ। ਹਾਂਜੀ। ਉਹਨਾਂ ਨੇ ਤੇ ਕਿਹਾ ਵੀ ਨਹੀਂ ਸੀ। ਤੇ ਉਹ ਕਹਿੰਦੇ ਅਸੀਂ ਤਾਂ ਕਿਹਾ ਨਹੀਂ। ਤੁਸੀਂ ਇਹ ਦੇਖੋ ਬਾਅਦ ਦੇ ਵਿੱਚ ਸਫਾਈਆਂ ਕਿਵੇਂ ਦੇ ਰਿਹਾ ਕਿ ਉਹਨਾਂ ਨੂੰ ਮਿਸਅੰਡਰਸਟੂਡ ਕੀਤਾ ਗਿਆ। ਉਹ ਫਿਰ ਉਹ ਆਬਵੀਅਸਲੀ ਉਹਨੇ ਆਪਣੇ PR ਵਾਲੇ ਬੰਦਿਆਂ ਨੂੰ ਤਾਂ ਡਿਪਾਰਟਮੈਂਟ 'ਚ ਕਹਿਣਾ ਹੀ ਆ ਵੀ ਮੈਨੂੰ ਹੁਣ ਬਚਾਓ ਤੁਸੀਂ। ਤੁਸੀਂ ਇਹ ਦੇਖੋ ਵੀ ਇੱਥੇ ਤਾਂ ਹੁਣ ਇਹਨਾਂ ਦੇ ਬੰਦੇ ਇਹਨਾਂ ਨੂੰ ਬਚਾ ਰਹੇ ਹੈਗੇ, ਮਿਸਅੰਡਰਸਟੂਡ ਕੀਤਾ ਗਿਆ। ਜਦੋਂ ਜੋ ਬਾਈਡਨ ਨੂੰ ਉਹਨਾਂ ਦੇ ਬੰਦੇ ਬਚਾਉਂਦੇ ਆ ਤਾਂ ਉਹ ਉਹਨਾਂ ਦੇ ਉੱਤੇ ਨਜ਼ਲਾਂ ਝਾੜਦੇ ਨੇ ਕਿ ਮੇਰੀ ਇਮੇਜ ਖਰਾਬ ਕਰਦੇ ਆ। ਕਿੰਨਾ ਫਰਕ ਆ। ਉਹ ਕਹਿੰਦੇ ਜੇ ਅਸੀਂ ਨਾ ਬਚਾਈਏ ਤਾਂ ਫਿਰ
ਕਿਹਨੂੰ ਜਵਾਬ ਦਈਏ। ਹਾਂਜੀ, ਕਿਉਂਕਿ ਜਦੋਂ ਹੁਣ ਜਿੱਦਾਂ ਫਾਰ ਐਗਜ਼ਾਮਪਲ ਅਸੀਂ ਗੱਲ ਕਰਦੇ ਹਾਂ, ਹਿੰਦੁਸਤਾਨ ਦੇ ਵਿੱਚ ਬੀਜੇਪੀ ਦੇ ਕਿਸੇ ਲੀਡਰ ਨੇ ਹਜ਼ਰਤ ਸਾਹਿਬ ਬਾਰੇ ਕੁਝ ਕਮੈਂਟ ਕੀਤੇ ਜੀ, ਤਾਂ ਉਹਨਾਂ ਨੇ ਬੀਜੇਪੀ ਨੇ ਵੈਸੇ ਕੱਢ ਵੀ ਦਿੱਤਾ ਉਹਨੂੰ। ਹਾਂਜੀ, ਮੁਅੱਤਲ ਕਰ ਦਿੱਤਾ ਇਹਦੇ ਚੋਂ। ਹੁਣ ਇੰਡੀਅਨ ਅੰਬੈਸਡਰ ਜਿਹੜੇ ਦੇਸ਼ ਦੇ ਵਿੱਚ ਵੀ ਬੈਠੇ ਆ, ਉਹਨਾਂ ਨੂੰ ਤਲਬ ਕਰ ਰਹੀਆਂ ਸਰਕਾਰਾਂ ਜੀ, ਵੀ ਭਾਈ ਦੱਸੋ ਸਾਨੂੰ, ਤੁਹਾਡੀ ਇੱਕ ਪੋਲੀਟੀਕਲ ਲੀਡਰ ਨੇ ਆ ਕਿੱਦਾਂ ਕਿਹਾ, ਹਾਂਜੀ, ਸਾਡੇ ਜਿਹੜੇ ਹਜ਼ਰਤ ਸਾਹਿਬ ਦੇ ਬਾਰੇ ਇਹ ਕੀ ਬਿਆਨ ਦੇ ਰਹੇ ਤੁਸੀਂ। ਇਹ ਜੋ ਬਾਈਡਨ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਤਾਂ ਕਹਿ ਦਿੱਤਾ ਕਿ ਜੈਨੋਸਾਈਡ ਕਰ ਰਹੇ ਆ, ਪਿਊਟਰ ਨੂੰ ਮਾਰ ਦਿਓ ਜੀ, ਫਲਾਣਾ ਕਰ ਦਿਓ। ਹੁਣ ਜਿਹੜੇ ਤੁਹਾਡੇ ਅੰਬੈਸਡਰ ਬੈਠੇ ਆ 195 ਮੁਲਕਾਂ 'ਚ, ਉਹਨਾਂ ਨੂੰ ਸਰਕਾਰਾਂ ਸੱਦਦੀਆਂ ਵੀ ਅੱਜ ਤਾਂ ਤੁਸੀਂ ਪਿਊਟਰ ਨੂੰ ਮਾਰਨਾ ਆ, ਕੱਲ ਨੂੰ ਕਿਹਨੂੰ ਮਾਰਨਾ ਹੈ। ਹਾਂਜੀ, ਆ ਕੇ ਤੁਹਾਨੂੰ ਦੱਸੋ ਇਹ ਕਿਹੜਾ ਇੰਟਰਨੈਸ਼ਨਲ ਲਾਅ ਆ ਜਿਹੜਾ ਕਹਿੰਦਾ ਵੀ ਪਿਊਟਰ ਨੂੰ ਮਾਰ ਦਿਓ। ਜਵਾਬ ਤਾਂ ਬਾਈਡਨ ਨੇ ਨਹੀਂ ਜਾ ਕੇ ਦੇਣਾ, ਜਵਾਬ ਤਾਂ ਅੰਬੈਸਡਰ ਨੇ ਦੇਣਾ ਜੀ। ਹੁਣ ਅੰਬੈਸਡਰ ਉਹਨਾਂ ਨੂੰ ਫੋਨ ਕਰਦੇ ਹੋਣੇ ਸਟੇਟ ਡਿਪਾਰਟਮੈਂਟ ਨੂੰ ਵੀ ਭਾਈ ਸਾਨੂੰ ਤਾਂ ਸੱਦਣ ਡਏ ਆ, ਦੱਸੋ ਸਹੀ ਵੀ ਸਾਡੀ ਹੁਣ ਪਾਲਿਸੀ ਬਦਲ ਗਈ ਹੈ ਕਿ ਅਸੀਂ ਇਹ ਐਡਵੋਕੇਟ ਕਰਦੇ ਹਾਂ ਕਿ ਹੈੱਡ ਆਫ ਸਟੇਟ ਨੂੰ ਮਾਰ ਦਿਆ ਕਰੋ। ਅਗਲੇ ਕਹਿੰਦੇ ਨਹੀਂ ਯਾਰ, ਇੰਟਰਨੈਸ਼ਨਲ ਲਾਅ ਇਹ ਕਹਿੰਦਾ ਵੀ ਨਹੀਂ, ਹੈੱਡ ਆਫ ਸਟੇਟ ਨੂੰ ਤੁਸੀਂ ਮਾਰ ਨਹੀਂ ਸਕਦੇ, ਉਹਨੂੰ ਟਰਾਇਲ ਤੇ ਲਿਆਓ, ਟਰਾਇਲ ਤੇ ਲਿਆ ਕੇ ਜੇ ਤੁਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲਿਆ ਸਕਦੇ ਆ, ਇਹ ਕੋਈ ਛੋਟੀ ਮੋਟੀ ਤਾਕਤ ਨਹੀਂ ਵੀ ਜੇ ਉਹਨੂੰ ਲੈ ਆਓਗੇ ਤੁਸੀਂ, ਉਹ ਫੈਸਲਾ ਕਰੇ ਕਿ ਉਹਨੂੰ ਕੀ ਕਰਨਾ ਸੀ ਕੀ ਨਹੀਂ ਕਰਨਾ। ਇਹ ਜੋ ਬਾਈਡਨ ਨਹੀਂ ਫੈਸਲਾ ਕਰ ਸਕਦਾ, ਇਹ ਕੋਰਟਸ ਦਾ ਫੈਸਲਾ ਹੈ। ਹਾਂਜੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਾਓ ਤੁਸੀਂ। ਇਹ ਗੱਲਾਂ ਉਹਨਾਂ ਨੂੰ, ਅਫਸਰਾਂ ਨੂੰ, ਸਟੇਟ ਡਿਪਾਰਟਮੈਂਟ ਦੇ ਅਫਸਰਾਂ ਨੂੰ, ਵਾਈਟ ਹਾਊਸ ਦੇ ਅਫਸਰਾਂ ਨੂੰ ਉਹ ਤਾਂ ਦੱਸਣੀਆਂ ਪੈਂਦੀਆਂ, ਸਫਾਈ ਤਾਂ ਦੇਣੀ ਪੈਂਦੀ ਉਹਨਾਂ ਨੂੰ ਜੀ। ਬਿਲਕੁਲ, ਇਹਨਾਂ ਨੇ ਤਾਂ ਕਹਿਤਾ, ਇਹ ਤਾਂ ਕਹਿ ਕੇ ਆ ਕੇ ਸੌਂ ਗਏ। ਮੇਰਾ ਖਿਆਲ ਉਹਨਾਂ ਨੂੰ ਚੇਤਾ ਵੀ ਨਹੀਂ ਹੋਣਾ। ਹਾਂਜੀ, ਜੇ ਡਿਮੈਂਸ਼ੀਆ ਹੋਇਆ ਤਾਂ ਉਹਨੂੰ ਬੰਦੇ ਨੂੰ ਚੇਤਾ ਹੀ ਨਹੀਂ ਹੁੰਦਾ, ਭੁੱਲ ਜਾਂਦਾ ਸਾਰਾ ਕੁਝ। ਇੱਕ ਦਿਨ ਹੁਣ ਇਸ ਗੱਲ ਤੋਂ ਡਰਦੇ ਆ ਨਾ ਕਿ ਡਿਮੈਂਸ਼ੀਆ ਦੇ ਚਾਰਜ ਲਾ ਕੇ ਜੇ ਸਾਡੀ ਕਾਂਗਰਸ ਬਦਲ ਗਈ, ਇਹ ਡਿਮੈਂਸ਼ੀਆ ਜੇ ਪ੍ਰੈਜ਼ੀਡੈਂਟ ਹੋਵੇ ਉਹਨੂੰ ਇੰਪੀਚ ਕੀਤਾ ਜਾ ਸਕਦਾ ਜੀ, ਤੇ ਇਹਦੀ ਮੁਕੱਦਮਾ ਸ਼ੁਰੂ ਹੋ ਸਕਦਾ ਕਾਂਗਰਸ ਦੇ ਵਿੱਚ ਜੀ। ਅੱਛਾ, ਅਸੀਂ ਗੱਲ ਹਾਲੇ ਵੀ ਉਹੀ ਕਰਦੇ ਸੀ ਕਿ ਜ਼ਿੰਮੇਵਾਰੀ ਦੀ ਜੀ। ਦੇਖੋ 400 ਕਿੰਨੇ 25 ਬੰਦਿਆਂ ਦੀ ਸਿਕਿਉਰਿਟੀ ਵਾਪਸ ਲਈ ਸੀ, 424 ਬੰਦਿਆਂ ਦੀ। ਹਾਂਜੀ, ਅੱਛਾ, ਫਿਰ ਉਹਨਾਂ ਦੀ ਇੱਕ ਤਾਂ ਪਾਸੇ ਤਾਂ ਸਿਕਿਉਰਿਟੀ ਵਾਪਸ ਲਈ, ਦੂਸਰਾ ਐਡੀ ਮੂਰਖਤਾ ਹੈ ਵੀ ਉਹਨਾਂ ਦਾ ਨਾਂ ਲਿਖਿਆ। ਹਾਂਜੀ, ਅੱਛਾ, ਸਿੱਧੂ ਮੂਸੇਵਾਲੇ ਦੇ ਮੌਤ ਤੋਂ ਬਾਅਦ ਫਿਰ ਉਹਨਾਂ ਸਾਰਿਆਂ ਬੰਦਿਆਂ ਨੂੰ ਉਹਨਾਂ ਨੂੰ ਸਿਕਿਉਰਿਟੀ ਵਾਪਸ ਦਿੱਤੀ ਹੈ। ਤੁਸੀਂ ਬੰਦਾ ਹੀ ਮਰਾਉਣਾ ਸੀ। ਹਾਂਜੀ, ਫਿਰ ਕਮ ਸੇ ਕਮ ਕੋਈ ਤਾਂ ਜ਼ਿੰਮੇਵਾਰੀ ਲਵੇ। ਜ਼ਿੰਮੇਵਾਰੀ ਨਹੀਂ ਕਿਸੇ ਨੇ ਵੀ ਲਈ। ਤੁਸੀਂ ਇਹ ਦੇਖੋ ਵੀ ਜਦੋਂ ਇਹਨਾਂ ਨੇ ਸਿਕਿਉਰਿਟੀ ਉਹਨਾਂ ਤੋਂ ਲਈ ਸੀਗੀ, ਇਹਨਾਂ ਨੇ ਨਾਂ ਨੂੰ ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰਿਆ ਵੀ ਜਿਵੇਂ ਬਹੁਤ ਵੱਡਾ ਮਾਰਕਾ ਮਾਰਤਾ ਹੁੰਦਾ ਵੀ ਉਹ ਚ ਬੰਦਾ ਕੋਈ ਕਵੇ ਉੱਠ ਕੇ ਵੀ ਮੈਂ ਕੀਤਾ ਸੀ, ਮੈਂ ਕਿਹਾ ਸੀ ਤਾਂ ਮੈਂ ਰਿਜ਼ਾਈਨ ਦੇਣਾ। ਹਾਂਜੀ, ਮੇਰੇ ਤੋਂ ਗਲਤੀ ਹੋਈ ਆ ਤੇ ਬਹੁਤ ਵੱਡੀ ਗਲਤੀ ਹੋਈ ਆ। ਬਹੁਤ ਗਲਤੀ ਵੀ ਛੋਟੀ ਨਹੀਂ ਆ, ਕਿਸੇ ਦੀ ਜਾਨ ਚਲੇ ਗਈ, ਕਿਸੇ ਦਾ ਪੁੱਤ ਜਾਂਦਾ ਲੱਗਾ, ਉਹਨਾਂ ਲਈ ਤਾਂ ਜ਼ਿੰਦਗੀ ਖਤਮ ਹੈ। ਹਾਂਜੀ, ਤੇ ਤੁਸੀਂ ਕੋਈ ਬੰਦਾ ਜ਼ਿੰਮੇਵਾਰੀ ਨਹੀਂ ਲੈ ਰਿਹਾ, ਇਹ ਹਰ ਇੱਕ ਲੈਵਲ ਤੇ ਹੁੰਦਾ ਜੀ। ਬਿਲਕੁਲ, ਇਹ ਤਾਂ ਬਹੁਤ ਸੀਰੀਅਸ ਇਸ਼ੂ ਆ। ਪਰ ਜਿਹੜੀਆਂ ਛੋਟੀਆਂ ਇਸ਼ੂ, ਜਿੱਦਾਂ ਹੁਣ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ ਕਹਿਤਾ, ਉਹ ਸਾਨੂੰ ਲੱਗਦਾ ਸੀ ਕਿ ਪੁਲਿਸ ਵਾਲੇ ਚਾਹੁੰਦੇ ਆ। ਹਾਂਜੀ, ਉਹ ਕਹਿੰਦੇ ਅਸੀਂ ਨਹੀਂ ਕਿਹਾ ਸੀ, ਸਾਡੇ ਤੋਂ ਬਹੁਤ ਕਾਨੂੰਨ ਆ ਜੇ ਨਾ ਅਸੀਂ ਫੜ ਸਕਦੇ ਉਹਨਾਂ ਨੂੰ। ਐਮਰਜੈਂਸੀ ਐਕਟ ਜਿਹੜਾ ਉਹ ਲਾਸਟ ਰਿਜ਼ੋਰਟ ਹੁੰਦਾ ਜੀ। ਬਿਲਕੁਲ, ਜਿਹੜਾ ਸਾਨੂੰ ਸ਼ਾਇਦ ਵਰਤਣਾ ਪਵੇ, ਪਰ ਇਹ ਕੋਈ ਹੁਣ ਵਰਤਣਾ ਜਾਂ ਨਹੀਂ ਵਰਤਣਾ, ਇਹਦੀ ਜ਼ਰੂਰਤ ਨਹੀਂ ਸੀ ਸਾਨੂੰ। ਪੁਲਿਸ ਵਾਲੇ ਨਹੀਂ ਸੀ ਇਸ ਹੱਕ ਦੇ ਵਿੱਚ ਕਿ ਐਮਰਜੈਂਸੀ ਐਕਟ ਲਾਇਆ ਜਾਵੇ। ਹਾਂਜੀ, ਹਾਂ, ਉਹ ਖੁਸ਼ ਹੋਣੇ, ਵੈਸੇ ਉਹਨਾਂ ਨੂੰ ਤਾਕਤਾਂ ਮਿਲ ਗਈਆਂ, ਪਰ ਕੀ ਇਹਦੀ ਜ਼ਰੂਰਤ ਸੀ? ਉਹਨਾਂ ਦੇ ਕੋਲ ਜਿਹੜੇ ਪਹਿਲਾਂ ਹੀ ਕਾਨੂੰਨ ਪਏ ਆ, ਸੂਬੇ ਦੇ ਕਾਨੂੰਨ ਵੀ ਆ, ਫੈਡਰਲ ਕਾਨੂੰਨ ਵੀ ਆ, ਜਿਨ੍ਹਾਂ ਦੇ ਅਧੀਨ ਉਹ ਸਾਰਾ ਕੰਮ ਕਰ ਸਕਦੇ ਸੀ। ਹਾਂਜੀ, ਤੇ ਉਹਦੇ ਤੋਂ ਸ਼ੈੱਲ ਆਪਣੀ ਬਚਾਉਣ ਲਈ, ਆਪਣੀ ਗੱਦੀ ਬਚਾਉਣ ਲਈ ਉਹ ਬੰਦਾ ਦੂਸਰਿਆਂ ਦੇ ਬਲੇਮ ਕਰ ਰਿਹਾ। ਲੱਕੜ ਮਾਰੀ ਹੋਣੀ ਆ ਜੀ, ਤਰਖਾਣ ਨੇ ਕਰ ਦਿੱਤਾ, ਲੋਹਾਰ ਨੇ ਕਰ ਦਿੱਤਾ। ਉਹਦੀ ਗੱਲ ਫਿਰ ਠੀਕ ਹੀ। ਹਾਂਜੀ, ਉਹ ਕਹਿੰਦਾ ਵੀ ਜਿਹੜੀਆਂ ਜਿੱਤੀਆਂ ਆ ਉਹਦਾ ਸਿਹਰਾ ਵੀ ਮੈਨੂੰ ਦੇ ਦਿਓ ਫਿਰ ਜੀ। ਜਿਹੜੇ ਬੰਦੇ ਤੇ ਤੁਸੀਂ ਬਲੇਮ ਕਰ ਦਿੰਦੇ ਆ
ਉਸ ਬੰਦੇ ਨੂੰ ਫਿਰ ਕ੍ਰੈਡਿਟ ਵੀ ਦਿਓ ਨਾ ਜੀ ਵੀ ਤੁਸੀਂ ਤੁਹਾਡਾ ਕਰਕੇ ਅਸੀਂ ਆਹ ਵੀ ਕੰਮ ਕਰ ਲਿਆ। ਹਾਂਜੀ ਬਲੇਮ ਕਰਨ ਨੂੰ ਦੂਜੇ, ਕ੍ਰੈਡਿਟ ਲੈਣ ਨੂੰ ਆਪ। ਹਾਂਜੀ ਹੁਣ ਜੋ ਬਾਈਡਨ ਦੀ ਜਿਹੜੀ ਗੱਲ ਸੀਗੀ ਉਹ ਕਹਿੰਦੇ ਕ੍ਰੈਡਿਟ ਮੈਨੂੰ ਦਿਓ ਵੀ ਮੈਂ ਜੌਬਾਂ ਕ੍ਰੀਏਟ ਕੀਤੀਆਂ। ਹਾਂਜੀ ਉਹ ਕਹਿੰਦੇ ਵੀ ਜੌਬਸ ਕ੍ਰੀਏਟ ਜਿਸ ਹਿਸਾਬ ਨਾਲ ਉਹ ਕ੍ਰੈਡਿਟ ਮਿਲਦੀ ਆ। ਵੈਸੇ ਤਾਂ ਜੇ ਇਕੋਨਮਿਸਟ ਨੂੰ ਪੁੱਛੋ ਇਨਫਲੇਸ਼ਨ ਹੋ ਗਈ ਹੈ, ਜੋ ਬਾਈਡਨ ਦੇ ਵਿਚਾਰੇ ਦਾ ਤਾਂ ਕੋਈ ਕਸੂਰ ਨਹੀਂ ਵੈਸੇ। ਹਾਂਜੀ ਪਰ ਨਾ ਤਾਂ ਉਹਨਾਂ ਦਾ ਹੀ ਲੱਗਦਾ। ਰੱਬ ਲੱਖ ਦੀ ਗੱਲ ਤਾਂ ਇਹੀ ਠੀਕ ਹੈ। ਹਾਂਜੀ ਗਰੋਸਰੀ ਦੀਆਂ ਪ੍ਰਾਈਸ ਵੱਧ ਗਈਆਂ, ਆਇਲ ਦੀਆਂ ਪ੍ਰਾਈਸ ਵੱਧ ਗਈਆਂ, ਇਹਦੇ ਨਾਲ ਜੋ ਬਾਈਡਨ ਦਾ ਕੋਈ ਤਾਲੁਕ ਨਹੀਂ ਹੈ ਜੀ। ਪਰ ਜੇ ਤੁਸੀਂ ਕ੍ਰੈਡਿਟ ਲੈਣੀ ਚਾਹੁੰਦੇ ਆ ਉਹ ਮੁੜ ਕੇ ਫੇਰ ਉਹਨਾਂ ਨੂੰ ਕਹਿ ਰਿਹਾ ਆ ਕੇ ਕਿ ਉਹਨਾਂ ਗੱਲਾਂ ਦੀ ਮੈਨੂੰ ਕ੍ਰੈਡਿਟ ਦੇ ਨਹੀਂ ਰਹੇ। ਤਾਂ ਹੀ ਤਾਂ ਨਸਲਾ ਝਾੜਿਆ ਸੀ ਪੱਤਰਕਾਰਾਂ ਤੇ ਜਾ ਕੇ ਵੀ ਤੁਸੀਂ ਮੇਰੀ ਨੈਗੇਟਿਵ ਇਮੇਜ ਹੀ ਪੇਸ਼ ਕਰਦੇ ਹੋ, ਜਿਹੜੀ ਤੁਸੀਂ ਕਵਰੇਜ ਕਰਦੇ ਹੋ ਮੇਰੀ ਹਮੇਸ਼ਾ ਨੈਗੇਟਿਵ ਕਿਉਂ ਹੁੰਦੀ ਹੈ। ਉਹਦੇ ਨਾਲ ਨੈਗੇਟਿਵ ਦੇ ਨਾਲ ਫਿਰ ਪੋਜ਼ਿਟਿਵ ਵੀ ਜਿਹੜੀ ਆ ਜਾਂਦੀ ਲੱਗਦੀ ਹੈ। ਹਾਂਜੀ ਜੇ ਤੁਸੀਂ ਪੋਜ਼ਿਟਿਵ ਹੀ ਇਕੱਲੀ ਚਾਹੁੰਦੇ ਆ ਤਾਂ ਫੇਰ ਤਾਂ ਉਹਦੀ ਗੱਲ ਠੀਕ ਹੈ ਲੋਹਾਰ ਦੀ ਜੀ ਵੀ ਤੁਸੀਂ ਇਹੀ ਮੈਨੂੰ ਹੀ ਕਹਿੰਦੇ, ਤੁਸੀਂ ਇਹੀ ਕਹਿੰਦੇ ਆ ਕਿ ਰੱਥ ਦੇ ਹਿੱਲਣ ਦੇ ਨਾਲ ਲੜਾਈ ਹਾਰ ਗਏ ਅਸੀਂ। ਹਾਂਜੀ ਸਾਰੀ ਜ਼ਰੂਰਤ ਨੇ ਤੇ ਕਰਤੀ ਤੁਸੀਂ ਜੀ। ਤੇ ਜਿਹੜੀਆਂ 10 ਲੜਾਈਆਂ ਜਿੱਤੀਆਂ ਆ ਫਿਰ ਉਹ ਵੀ ਮੇਰੇ ਰੱਥ ਦਾ ਕਰਕੇ ਜਿੱਤੀਆਂ ਹੋਣੀਆਂ। ਦੇਖੋ ਡਾਕਟਰ ਸਾਹਿਬ ਇਹ ਤਾਂ ਚਲੋ ਆਪਾਂ ਵੱਡੀਆਂ ਗੱਲਾਂ ਕੀਤੀਆਂ, ਹੁਣ ਜੇ ਆਪਾਂ ਦੇਖਦੇ ਹਾਂ ਵੀ ਕੋਈ ਕਿਸੇ ਆਫਿਸ ਦੀ ਗੱਲ ਕਰ ਲਈਏ, ਕਿਸੇ ਘਰ ਦੀ ਕਰ ਲਈਏ, ਜ਼ਿੰਮੇਵਾਰੀ ਤਾਂ ਉੱਥੇ ਵੀ ਕੋਈ ਨਹੀਂ ਲੈਂਦਾ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਸੀ ਕਿ ਭਾਂਡਾ ਟੁੱਟ ਜਾਵੇ ਤਾਂ ਦੂਜੇ ਦਾ ਨਾਂ ਲੱਗ ਜਾਂਦਾ। ਉਹ ਜਿਹਨੇ ਤੋੜਿਆ ਹੁੰਦਾ ਉਹ ਨੱਠ ਜਾਂਦਾ। ਹਾਂਜੀ ਬਿਲਕੁਲ ਉਹਨੂੰ ਹੁੰਦਾ ਵੀ ਅੱਛਾ ਕਿਹਦਾ ਨਾਂ ਲਿਆ ਜਾਊਗਾ ਘਰ ਦੇ ਵਿੱਚ, ਉਹ ਸ਼ਰਾਰਤੀ ਕਿੱਡ ਦਾ ਲਿਆ ਜਾਊਗਾ। ਹਾਂਜੀ ਅੱਛਾ ਹੋ ਸਕਦਾ ਉਹ ਸ਼ਰਾਰਤੀ ਕਿੱਡ ਨੇ ਤੋੜੇ ਨਾ ਹੋਵੇ। ਹਾਂਜੀ ਉਹਦੇ ਥੱਪੜੇ ਵੈਸੇ ਲੱਗ ਜਾਂਦੇ ਆ। ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ। ਕੀਤਾ ਕਿਸੇ ਹੋਰ ਨੇ ਹੁੰਦਾ ਤੇ ਸਜ਼ਾ ਉਹਨੂੰ ਮਿਲ ਜਾਂਦੀ ਹੈ। ਤੁਸੀਂ ਦੇਖੋ ਇਹ ਉੱਥੋਂ ਹੀ ਸ਼ੁਰੂ ਹੋ ਜਾਂਦਾ, ਜਿਵੇਂ ਆਪਾਂ ਕਹਿੰਦੇ ਵੀ ਲੋਕੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਜਿਵੇਂ ਆਹ ਛੋਟੀ ਗੱਲ ਤੋਂ ਸ਼ੁਰੂ ਹੁੰਦਾ ਕਿ ਜੇ ਛੋਟੇ ਹੁੰਦੇ ਕੋਈ ਚੀਜ਼ ਤੋੜਦੇ ਉੱਥੋਂ ਹੀ ਆਹ ਗੱਲ ਫਿਰ ਅੱਗੇ ਮੇਰੇ ਖਿਆਲ ਦੇ ਵਿੱਚ ਹੁੰਦੀ ਹੈ ਕਿ ਹਰ ਲੈਵਲ ਦੇ ਉੱਪਰ ਜਾ ਕੇ ਬੰਦਾ ਸੋਚਦਾ ਕਿ ਜੇ ਗਲਤ ਹੋਇਆ ਕੁਝ ਮੈਂ ਕੀਤਾ ਪਰ ਮੈਂ ਇਹਦੀ ਰਿਸਪੌਂਸਿਬਿਲਿਟੀ ਨਹੀਂ ਲੈਣੀ, ਮੈਂ ਕਿਸੇ ਹੋਰ ਦਾ ਨਾਂ ਲਾ ਦੇਵਾਂ। ਜਿਹੜੀ ਰਿਸਪੌਂਸਿਬਿਲਿਟੀ ਲੈਣੀ ਚਾਹੁੰਦੇ ਹੁੰਦੇ ਨਾ ਹਰੇਕ ਹੀ ਬੰਦਾ, ਉਹ ਹੁੰਦਾ ਵੀ ਜੇ ਕੋਈ ਚੰਗੀ ਗੱਲ ਹੋਵੇ ਤਾਂ ਹਾਂ ਕ੍ਰੈਡਿਟ ਜਿਹਦੀ ਮਿਲਣੀ ਹੈ, ਜਿਹਦੀ ਸ਼ਾਬਾਸ਼ ਮਿਲਣੀ ਹੈ। ਹਾਂਜੀ ਇਹ ਕੰਮ ਮੈਂ ਕਰਾਇਆ। ਹਾਂਜੀ ਤੁਸੀਂ ਜਿੱਤੇ ਆ ਮੇਰਾ ਕਰਕੇ ਜਿੱਤੇ ਆ। ਮੈਂ ਨਾਨ ਲੱਡੂ ਵੰਡਦਾ ਤੁਹਾਨੂੰ ਵੋਟਾਂ ਨਹੀਂ ਸੀ ਪੈਣੀਆਂ। ਹਾਂਜੀ ਮੈਂ ਨਾ ਉਹਨਾਂ ਨੂੰ ਸ਼ਰਾਬ ਪਿਲਾਉਣ ਜਾਂਦਾ ਤੁਹਾਡੀਆਂ 20 ਵੋਟਾਂ ਘੱਟ ਜਾਣੀਆਂ ਸੀ। ਹਾਂਜੀ ਤਾਂ ਜਦੋਂ ਹਾਰ ਗਏ ਤਾਂ ਫੇਰ ਕੋਈ ਆਉਂਦਾ ਬੰਦਾ ਕਹੇ ਲੈ ਯਾਰ ਮੈਂ ਉਹਨਾਂ ਨੂੰ ਚਿਕਨ ਖਿਲਾ ਦਿੰਦਾ ਤਾਂ ਤੁਹਾਡੀਆਂ ਵੋਟਾਂ ਥੋੜੀਆਂ ਹੋਰ ਹੋ ਜਾਂਦੀਆਂ, ਸ਼ਾਇਦ ਵਧ ਹੀ ਜਾਂਦੀ ਤੁਹਾਡੀਆਂ ਵੋਟਾਂ, ਜਿੱਤੇ ਜਾਂਦੇ ਸ਼ਾਇਦ। ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਨਹੀਂ ਇਹ ਫੈਕਟ ਵੀ ਇਹ ਪੁਰਾਣੀ ਕਹਾਣੀ ਆ, ਰਿਆਸਤਾਂ ਵੇਲੇ ਦੀ ਕਹਾਣੀ ਆ। ਇਟ ਸ਼ੋਜ਼ ਵੀ ਇਹ ਸਾਡੀ ਫਿਤਰਤ ਰਹੀ ਹੈ ਇਨਸਾਨ ਦੀ। ਹਾਂਜੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੂਸਰੇ ਤੇ ਇਲਜ਼ਾਮ ਲਾਇਆ ਜਾਵੇ। ਜੀ ਬਿਲਕੁਲ ਆਪਣੇ ਗਲੋਂ ਗੁਲਾਮਾਂ ਲਾ ਕੇ ਦੂਸਰੇ ਤੇ ਪਾਓ। ਹਾਂਜੀ ਅੱਛਾ ਜਿਹੜਾ ਫਿਰ ਅਖੀਰ ਦਾ ਬੰਦਾ ਹੁੰਦਾ ਸਾਡੇ ਹੁਣ ਇਹਦੀ ਕਹਾਣੀ ਦੇ ਵਿੱਚ ਲਾਹੌਰ ਵਿਚਾਰਾ ਫਸ ਗਿਆ। ਹਾਂਜੀ ਏਦਾਂ ਕਈ ਵਾਰੀ ਫਸ ਵੀ ਜਾਂਦੇ ਜਿਹੜੇ ਥੱਲੇ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਦੇਖੋ ਫਲੋਰ ਦੇ ਵਿੱਚ ਉੱਥੇ ਡਰੱਗ ਡੀਲਿੰਗ ਹੁੰਦੀ ਆ। ਹਾਂਜੀ ਉਹਨਾਂ ਨੇ ਅੱਜ ਤਾਈਂ ਜਿੰਨੇ ਬੰਦੇ ਫੜੇ ਆ ਉਹ ਕਾਂਸਟੇਬਲ ਲੈਵਲ ਦੇ ਬੰਦੇ ਸੀ। ਤਾਂ ਉੱਥੇ ਫਿਰ ਉਹ ਬੰਦੇ ਫੜੇ ਉਹਨਾਂ ਨੇ ਉਹ ਕਹਿੰਦੇ ਵੀ ਜਿਹੜੇ ਤਾਂ ਵੱਡੀਆਂ ਮੱਛੀਆਂ ਸੀ ਉਹ ਤਾਂ ਉੱਥੇ ਉਦਾਂ ਹੀ ਤੁਰੀਆਂ ਫਿਰਦੀਆਂ। ਹਾਂਜੀ ਸਾਨੂੰ ਫੜ ਕੇ ਜੇਲ੍ਹ 'ਚ ਦਿੱਤਾ। ਹਾਂਜੀ ਸੋ ਜਿਹੜੀ ਜ਼ਿੰਮੇਵਾਰੀ ਉਹ ਬਿਲਕੁਲ ਥੱਲੇ ਆ ਕੇ ਪੈਂਦੀ ਆ ਲੋਕਾਂ ਤੇ। ਜਿਹੜਾ ਉੱਪਰਲਾ ਜ਼ਿੰਮੇਵਾਰ ਬੰਦਾ ਹੁੰਦਾ ਉਹਨੂੰ ਕੁਝ ਨਹੀਂ ਕੋਈ ਕਹਿੰਦਾ। ਹਾਂਜੀ ਚਲੋ ਇਹ ਤਾਂ ਹੋਈ ਖਤਮ ਗੱਲ। ਤੁਸੀਂ ਅੱਜ ਦਾ ਵਿਚਾਰ ਦੱਸੋ। ਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ ਕਿ ਦਰਖਤ ਦੇ ਸਿਰੇ ਤੇ ਜਾਣ ਨੂੰ ਥੱਲਿਓਂ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਦੱਸਣਾ ਜ਼ਰੂਰ। ਆਪਣੀ ਫੀਡਬੈਕ ਸਾਨੂੰ ਜ਼ਰੂਰ ਦੇਣਾ। स्टूडियो का नंबर है 604591916045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਇਸ ਦੇ ਨਾਲ ਹੀ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ। ਉੱਥੇ ਡੇਲੀ ਨਿਊਜ਼ ਅਪਡੇਟ ਅਸੀਂ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਪ੍ਰੋਗਰਾਮਸ ਵੀ ਜਿਹੜੇ ਤੁਹਾਡੇ ਤੋਂ ਕਈ ਵਾਰੀ ਮਿਸ ਹੋ ਜਾਂਦੇ ਆ ਜਾਂ ਵੈਸੇ ਤੁਸੀਂ ਉੱਥੇ ਜਾ ਕੇ ਜਿਹੜੇ ਟਾਈਮ ਤੇ ਮਰਜ਼ੀ ਜਾ ਕੇ ਪ੍ਰੋਗਰਾਮ ਸੁਣ ਸਕਦੇ ਹੋ।
फेसबुक, ट्विटर, इंस्टाग्राम एंड यूट्यूब चैनल है जी साडा रेडियो इंडिया 11 टन दे नाम हेठ। मेरी ते तुहाडी मुलाकात होएगी कल नूं प्रोग्राम सर्जरी महक दे विच ठीक 10 बजे। आज के प्रोग्राम च साथ देने लई बहुत बहुत शुक्रिया।